ਇਹ ਮਤਲਬ ਕਿ ਤੁਹਾਨੂੰ ਇਹ ਬਿਲਕੁਲ ਝੂਠੇ ਲੱਗਦੇ ਹੁਣ, ਪਹਿਲਾਂ ਨਹੀਂ ਸੀ ਝੂਠੇ ਲੱਗਦੇ? ਨਹੀਂ ਸਰ, ਪਹਿਲਾਂ ਕੋਈ ਇਹੋ ਜਿਹੀ ਗੱਲ ਹੈ ਹੀ ਨਹੀਂ ਸੀ। ਜਦੋਂ ਇਹਨਾਂ ਨੇ ਐਗਰੀਮੈਂਟ ਬਾਰੇ ਗੱਲ ਹੋਈ ਸੀ, ਐਗਰੀਮੈਂਟ ਕਰਾ ਕੇ ਮੈਂ ਇਹਨਾਂ ਨੂੰ ਸੈਂਡ ਕਰਤਾ, ਇਹ ਕਹਿੰਦੇ ਮੈਂ ਸਾਈਨ ਕਰ ਦੂੰਗਾ, ਸਾਈਨ ਨੂੰ ਇਹਨੇ ਮਨਾ ਕਰਤਾ। ਉਸ ਟਾਈਮ ਜ਼ਿਆਦਾ ਕਰਕੇ ਸ਼ਾਦੀ ਕੀਤੀ ਆ, ਸ਼ਾਦੀ ਕੀਤੀ, ਰੀਲ ਸ਼ਾਦੀ ਕੀਤੀ ਆ, ਔਰ ਐਗਰੀਮੈਂਟ ਕਾਹਦਾ ਆਇਆ? ਐਗਰੀਮੈਂਟ ਕੀ ਚੀਜ਼ ਅਸੀਂ ਲਿਖਣਾ ਚਾਹੁੰਦੇ ਹੋ? ਸਰ ਬੱਚੇ ਅੱਜ ਕੱਲ ਮੁੱਕਰਦੇ ਨੇ, ਕਿੰਨੇ ਮੁੰਡੇ ਮਰਦੇ ਨੇ ਨੌਜਵਾਨ, ਪੈਸੇ ਕੁੜੀ ਵਾਲੇ ਲਗਾ ਕੇ ਬਾਹਰ ਨੂੰ ਚਲੇ ਜਾਂਦੇ ਨੇ, ਕੁੜੀ ਬਾਹਰ ਚਲੇ ਜਾਂਦੀ, ਬਾਹਰ ਜਾ ਕੇ ਭੁੱਲ ਜਾਂਦੀ ਹੈ। ਐਗਰੀਮੈਂਟ ਵਿਆਹ ਐਗਰੀਮੈਂਟ ਦੱਸਿਆ ਆਮ ਤੌਰ ਤੇ ਇਹੋ ਜਿਹੀ ਗੱਲਾਂ ਮਾਂ ਨੂੰ ਸਾਂਝੀ ਕੀਤੀ ਜਾਂਦੀਆਂ ਨੇ। ਬਿੰਦੂ ਬਾਲੀ ਜੀ ਸਾਡੇ ਸਤਿਕਾਰਯੋਗ ਹੋ, ਸਮਾਜ ਦੇ ਵਿੱਚ ਤੁਹਾਡਾ ਨਾਮ ਹੈ, ਨੋ ਡਾਊਟ। ਇਹ ਗੱਲਾਂ ਦਾ ਜ਼ਿਕਰ ਹੋਈਆਂ ਨਾ, ਉਦੋਂ ਸਾਨੂੰ ਤਾਂ ਪਹਿਲਾਂ ਦਾ ਜਿਹੜਾ 7 ਲੱਖ ਦਾ ਐਗਰੀਮੈਂਟ ਦਾ ਸੀਗਾ ਰੌਲਾ, ਕਹਿੰਦੇ ਸੀ ਬੇਟੀ ਨੂੰ ਤੁਸੀਂ ਤਾਂ ਮਿਲ ਸਕਦੇ ਆ, ਤਾਂ ਦੇਖ ਸਕਦੇ ਆ ਜੇ ਤੁਸੀਂ 7 ਲੱਖ ਤੇ ਸਾਈਨ ਕਰੋਗੇ ਨਾ। ਮੈਂ ਤੁਹਾਡਾ ਮੁਕੀਨ ਵੀ ਮੇਰੀ ਇਜਾਜ਼ਤ ਤੋਂ ਬਿਨਾਂ ਤੁਸੀਂ ਬੇਟੀ ਨੂੰ ਦੇਖ ਸਕਦੇ। ਇੰਦਰ ਸਿੰਘ ਉਹ ਵੀ ਆਪਣਾ ਇਨਸਾਫ ਮੰਗਦੇ ਨੇ, ਤੇ ਤੁਹਾਡੀ ਧੀ ਜਿਹੜੀ ਆ ਉਹ ਘਰ ਬੈਠੀ ਆ, ਤੇ ਤੁਸੀਂ ਵੀ ਇਨਸਾਫ ਚਾਹੁੰਦੇ ਹੋ। ਤੁਸੀਂ ਹੋਲਡ ਰੱਖੋ, ਅਸੀਂ ਪਬਲਿਕ ਬਿੱਲ ਲੈਣੀ ਚਾਹਾਂਗੇ ਪਬਲਿਕ ਤੋਂ। ਸੋ ਇਹ ਹੈ ਬਸ ਸ਼ੋ, ਔਰ ਆਪਣੇ ਸੁਤ ਦੱਸੀਏ ਤੁਸੀਂ ਘਰ ਵੇਚਣਾ ਜਾਂ ਖਰੀਦਣਾ ਤਾਂ ਅਮਰਜੀਤ ਸ਼ਾਹੀ ਦਾ ਨੰਬਰ ਨੋਟ ਕਰ ਲਓ। ਨੰਬਰ ਹੈ ਉਹਨਾਂ ਦਾ ਅਮਰਜੀਤ ਸ਼ਾਹੀ ਦਾ 416 672 7272। ਆਓ ਪਬਲਿਕ ਪੀਣੇ ਵਿੱਚ ਤੁਸੀਂ 2 5 ਜਦ ਗੱਲ ਕਰੂੰਗਾ ਤੇ ਲਾਈਵ ਕਿੱਦਾਂ ਮੁੱਕਰ ਜਾਊਗੀ? ਹਾਂਜੀ ਰਿਲੇਸ਼ਨ ਬਣੇ ਨਹੀਂ ਜੀ, ਤੂੰ ਗੱਲ ਕਰਨਾ ਵੀ ਆਪਣਾ ਲਾਈਨ ਕੱਟ ਕੇ ਲੜਕੀ ਲੈ ਕੇ ਆਓ ਲਾਈਨ ਤੇ। ਕਰਨਜੋਤ ਤੁਸੀਂ ਆਪਣੀ ਮੈਨੂੰ ਸਾਬਤ ਕਰਕੇ ਤੂੰ ਰਿਲੇਸ਼ਨ ਬਣਾਇਆ, ਤੁਹਾਡਾ ਰੀਜ਼ਨ ਇਹੀ ਆ ਕਿ ਲੜਕੀ ਕਹਿੰਦੀ ਹੈ ਜਿਸ ਤਰ੍ਹਾਂ ਮੈਂ ਕੁਵਾਰੀ ਗਈ ਆ, ਵਿਆਹੀ ਆਈ ਆ, ਕੁਵਾਰੀ ਮੁੜ ਕੇ ਆਈ ਆ, ਇਹ ਇਸ਼ੂ ਆ। ਨਹੀਂ ਸਰ, ਸਰ ਜੀ ਏਦਾਂ ਦੀ ਕੋਈ ਗੱਲ ਨਹੀਂ ਗੀ, ਇਹ ਸਾਰੇ ਉਹ ਕਰ ਰਹੇ ਨੇ, ਆਪਣੇ ਫਰਾਡ ਕਰ ਰਹੇ ਨੇ। ਗੱਲ ਸਾਰੀ ਆ ਸੀਗੀ ਵੀ ਸਾਡੀ ਅਸੀਂ ਫੀਸ ਭਰੀ ਆ, ਇਹ ਕਹਿੰਦੇ ਜੀ ਆਪ ਜੀ ਨੂੰ ਸਰ ਸਤਿ ਗੱਲ ਜੀ। ਬਲਵਿੰਦਰ ਜੀ ਤੁਹਾਡੇ ਤੇ ਦੋਸ਼ ਲਾਏ ਸੀਗੇ ਲੜਕੀ ਦੇ ਪਿਤਾ ਨੇ, ਆਈ ਥਿੰਕ ਉਹ ਸਿੰਗਰ ਨੇ, ਬਿੰਦੂ ਬਾਲੀਆ ਨਾਮ ਉਹਨਾਂ ਦਾ। ਹਾਂਜੀ ਸਰ ਜੀ ਤੁਹਾਡੇ ਲੜਕੇ ਦਾ ਨਾਮ ਕੀ ਹੈ ਬਲਵਿੰਦਰ ਜੀ? ਕਰਨਜੋਤ ਸਿੰਘ ਸਰ। ਹਾਂਜੀ ਕਰਨਜੋਤ ਸਿੰਘ। ਕਰਨਜੋਤ ਸਿੰਘ ਲੜਕਾ ਤੁਹਾਡਾ, ਔਰ ਤੁਹਾਡੀ ਨੂੰਹ ਰਾਣੀ ਦਾ ਨਾਮ ਕੀ ਹੈ? ਸ਼ਹਿਨਾਜ਼ ਬਾਲੀਆ। ਬਾਲੀਆ। ਸੋ ਤੁਹਾਡੀ ਕੁੜਮ ਦਾ ਨਾਮ ਹੈਗਾ ਬਿੰਦੂ ਬਾਲੀਆ। ਰਿੰਦਰਪਾਲ ਪੱਕਾ ਨਾਮ ਸਰ, ਬਿੰਦੂ ਵਾਲੇ ਕੱਚਾ ਨਾਮ। ਤੁਹਾਡਾ ਡਿਸਟ੍ਰਿਕਟ ਕਿਹੜਾ ਦੋਨਾਂ ਦਾ ਪਾਰਟੀ ਦਾ? ਸਰ ਸਾਡਾ ਲੁਧਿਆਣਾ ਜ਼ਿਲ੍ਹਾ, ਉਹਨਾਂ ਦਾ ਰੋਪੜ ਜ਼ਿਲ੍ਹਾ। ਉਹਨਾਂ ਦਾ ਪਿੰਡ ਕਿਹੜਾ ਰੋਪੜ ਚ? ਸਰ ਵੱਡਾ ਦੌਲਤਪੁਰ। ਕਿਹੜਾ ਪਿੰਡ? ਵੱਡਾ ਦੌਲਤਪੁਰ, ਤਹਿਸੀਲ ਚਮਕੌਰ ਸਾਹਿਬ, ਡਿਸਟ੍ਰਿਕਟ ਰੋਪੜ ਦਾ। ਵੱਡਾ ਜੋਧਪੁਰ? ਦੌਲਤਪੁਰ ਸਰ, ਦੌਲਤਪੁਰ। ਦੌਦਪੁਰ। ਹਾਂਜੀ ਸਰ। ਤੁਹਾਡਾ ਪਿੰਡ ਕਿਹੜਾ? ਸਾਡਾ ਪਿੰਡ ਸਰ ਪੜੌਦੀ। ਬੜੌਦੀ। ਤਹਿਸੀਲ ਸਮਰਾਲਾ, ਡਿਸਟ੍ਰਿਕਟ ਲੁਧਿਆਣਾ। ਪੜੌਦੀ ਸਰ। ਪੜੌਦੀ। ਹਾਂਜੀ ਸਰ। ਸ਼ਾਦੀ ਕਦੋਂ ਕੀਤੀ ਸੀ ਤੁਸੀਂ ਆਪਣੇ ਲੜਕੇ ਦੀ? ਸਰ 4 ਮਈ ਨੂੰ ਹੋਈ ਹੈ। ਕਿਹੜੇ ਸਾਲ ਚ ਹੋਈ ਹੈ? ਜੀ ਸਰ 22 ਚ। 22 ਚ ਹੋਈ ਹੈ। ਕਿੰਨੇ ਦਿਨ ਲੜਕੀ ਰਹੀ ਤੁਹਾਡੇ ਘਰ ਦੇ ਵਿੱਚ? ਸਰ ਲੜਕੀ ਰਹੀ ਹੈ 26 ਦਿਨ। 26 ਦਿਨ ਰਹੀ ਹੈ। ਉਹ ਦੋਸ਼ ਉਹਨਾਂ ਨੇ ਲਾਇਆ ਸੀਗਾ ਤੁਹਾਡੇ ਲੜਕੇ ਤੇ ਕਿ ਲੜਕਾ ਜਿਹੜਾ ਆ ਉਹ ਸ਼ਾਦੀ ਦੇ ਯੋਗ ਨਹੀਂ ਹੈ, ਨਪੁੰਸਕ ਹੈ। ਇਹ ਸਰ ਲੜਕਾ ਸ਼ਾਦੀ ਦੇ ਯੋਗ ਸੀ ਸਰ, ਯੋਗ ਹੈਗਾ ਜੀ। ਸਰ ਜਦੋਂ ਸਾਡਾ ਐਗਰੀਮੈਂਟ ਹੋਣਾ ਸੀ, ਬਿੰਦੂ ਵਾਲਿਆਂ ਨਾਲ ਗੱਲ ਹੋਈ ਸੀ ਜੀ ਵੀ ਜਿੰਨਾ ਖਰਚਾ ਹੋਣਾ ਤੁਸੀਂ ਕਰਨਾ, ਮੈਂ 1 ਵੀ ਰੁਪਈਆ ਨਹੀਂ ਲਾਉਣਾ। ਉਸ ਤੋਂ ਬਾਅਦ ਸਾਰਾ ਰੁਪਈਆ ਲਾਇਆ, 28,40,500 ਰੁਪਏ ਖਰਚਾ ਆਇਆ। ਕਿੰਨਾ ਹੈ ਜੀ? 28,40,500। 28,40,500 ਸਰ। ਤੁਸੀਂ ਟੋਟਲ ਫਿਗਰ ਦੱਸ ਰਹੇ ਹੋ, ਇਹਨਾਂ ਆਇਆ ਇਹਦੇ ਵਿੱਚ। ਬਿੰਦੂ ਬਾਲੀਆ ਜੀ ਬਸ ਸਰ ਲਾਈਨ ਤੇ ਨੇ ਜੀ। ਜੀ ਕਿਉਂਕਿ ਬਲਵਿੰਦਰ ਜੀ ਜਿਹੜੇ ਬਿੰਦੂ ਬਾਲੀਆ ਜੀ ਨੇ, ਔਰ ਕਮਿਊਨਿਟੀ ਵਿੱਚ ਇਸ ਇਲਾਕੇ ਵਿੱਚ ਉਹਨਾਂ ਦੀ ਕਾਫੀ ਰਿਸਪੈਕਟ ਹੈ, ਅਤੇ ਉਹ ਬਿਲਕੁਲ ਰਿਸਪੈਕਟ ਨਹੀਂ ਹੀ ਉਹਨਾਂ ਦੀ। ਤੁਸੀਂ ਕਹਿ ਰਹੇ ਹੋ, ਹੋਲਡ ਔਨ ਪਲੀਜ਼ ਬਲਵਿੰਦਰ ਜੀ, ਪਲੀਜ਼ ਹੋਲਡ ਔਨ। ਬਿੰਦੂ ਬਾਲੀਆ ਜੀ ਇੱਕ ਦੇਖਿਆ ਜਾਵੇ ਕਿ ਧਰਮ ਪ੍ਰਤੀ ਸ਼ਰਧਾ ਰੱਖਦੇ ਨੇ, ਔਰ ਉਹ ਜੋ ਵੀ ਵੱਖ-ਵੱਖ ਧਰਮਾਂ ਦੇ ਵਿੱਚ ਬਾਣੀ ਆ ਉਹਦਾ ਪ੍ਰਚਾਰ ਕਰਦੇ ਨੇ। ਡਸਨਟ ਮੈਟਰ ਕਿ ਕੋਈ ਵਿਅਕਤੀ ਝੂਠੀ ਕਰਦੇ ਨੇ ਉਹ। ਤੁਸੀਂ ਕਹਿ ਰਹੇ ਹੋ, ਪਲੀਜ਼ ਲਿਸਨ ਟੂ ਮੀ, ਤੁਸੀਂ ਮੇਰੀ ਸੁਣੋ ਗੱਲ। ਤੁਸੀਂ ਜੇ ਇਨਸਾਫ ਚਾਹੁੰਦੇ ਹੋ, ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਦਾ ਸਤਿਕਾਰ ਇਲਾਕੇ ਦੇ ਵਿੱਚ, ਔਰ ਉਹ ਔਰ ਦੇਖਿਆ ਜਾਵੇ ਕਿ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ,
ਔਰ ਹਾਂਜੀ ਉਹ ਸਰ। ਸੇਵਾ ਦੀ ਭਾਵਨਾ ਨਾਲ ਔਰ ਭੇਟਾ ਜਿਹੜੀਆਂ ਨੇ ਉਹ ਸਰਵਣ ਕਰਾਉਂਦੇ ਨੇ ਔਰ ਆਪਣੀ ਹਾਂਜੀ ਸਰ। ਬਾਣੀ ਦਾ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹਨਾਂ ਦਾ ਇਲਾਕੇ ਵਿੱਚ ਸਤਿਕਾਰ ਨਹੀਂ ਹੈ? ਤੁਹਾਡੇ ਕੋਲ ਕੀ ਮਤਲਬ ਤੁਹਾਨੂੰ ਕੀ ਪ੍ਰੂਫ ਹੈ ਤੁਹਾਡੇ ਕੋਲ ਜੀਤ ਨਾਲ ਚੰਦ ਜੀ ਨਾਲ ਗੱਲ ਪਿੰਡ ਕੀਤੀ ਦੇ ਜਾਵੇ। ਵਿੱਚ ਅਸੀਂ ਪਤਾ ਕਰਿਆ, ਹਾਂਜੀ ਪਿੰਡ 'ਚ ਇਲਾਕੇ 'ਚ ਏਰੀਆ ਪਤਾ ਕਰਿਆ, ਉਹ ਕਹਿੰਦੇ ਇਹ ਬੰਦੇ ਵਰਗਾ ਕੋਈ ਬੰਦਾ ਨਹੀਂ ਹੈ ਏਰੀਆ ਦੇ ਵਿੱਚ। ਤੁਸੀਂ ਵਿਆਹ ਤੋਂ ਬਾਅਦ ਚੋਂ ਪਤਾ ਕਿਉਂ ਕੀਤਾ? ਫਿਰ ਪਹਿਲਾਂ ਕਰਨਾ ਸੀਗਾ। ਉਹ ਮਾਤਾ ਦੇ ਸ਼ਬਦ ਗਾਉਂਦੇ ਨੇ ਉਹ ਮੇਰੇ ਤਾਂ। ਦੋਸਤ ਬਣ ਗਏ 3 ਸਾਲ ਪਹਿਲਾਂ। ਫਿਰ ਤੁਹਾਨੂੰ 3 ਸਾਲਾਂ 'ਚ ਪਤਾ ਨਹੀਂ ਲੱਗਿਆ? ਤੁਹਾਨੂੰ ਇਹੋ ਜੀ ਕਿਹਨੇ ਫੂਕ ਮਾਰਤੀ ਕੰਨ 'ਚ? ਤੁਹਾਨੂੰ ਇੱਕ ਦਿਨ 'ਚ ਪਤਾ ਲੱਗ ਗਿਆ ਜੀ। ਸੋ ਕਿਸੇ ਤੇ ਬੇਬੁਨਿਆਦ ਦੋਸ਼ ਨਾ ਲਾਓ ਤੇ ਨਾਲ ਕਰਨਜੋਤ ਨਾਲ ਗੱਲ ਕੀਤੀ ਜਾਵੇ ਮੁੰਡੇ ਨਾਲ ਮੰਗੀ ਜੀ। ਹੋਈ ਸੀ ਪਹਿਲਾਂ ਸਰ, ਸਾਨੂੰ ਹੁਣ ਪਤਾ ਲੱਗਾ ਗੁੱਡੀ 6 ਮਹੀਨੇ ਪਹਿਲਾਂ ਪੈਲ ਮੰਗੀ ਰਹੀ ਆ। ਉਹਦੀਆਂ ਫੋਟੋ ਸਾਡੇ ਕੋਲ ਪ੍ਰੂਫ ਵੀ ਹੈਗਾ। ਤੁਸੀਂ ਬੰਦਾ ਅਸਲ ਕਹਿੰਦਾ ਮੈਨੂੰ ਕੁੜੀ ਪਰੇਸ਼ਾਨ ਕਰਦੀ ਸੀ ਫੋਨ ਤੇ, 4-4 5-5 ਘੰਟੇ ਫੋਨ ਤੇ ਕਰਦੀ ਸੀ, ਇਸ ਕਰਕੇ ਅਸੀਂ ਜਵਾਬ ਦੇਤਾ। ਕੁੜੀ ਫੋਨ ਕਿਉਂ ਕਰਦੀ ਸੀ? ਪਹਿਲਾਂ ਸਾਰੇ ਪੈਲ ਮੰਗੀ ਹੋਈ ਸੀਗੀ, ਹਾਂ ਹਾਂ ਉਸ ਤੋਂ ਪਹਿਲਾਂ ਜਰਗ ਮੰਗੀ ਹੋਈ ਸੀਗੀ। ਜਰਗ ਵਾਲਿਆਂ ਦਾ ਮੁਲਾਕਾਤ ਨਹੀਂ ਹੋਈ, ਕਹਿੰਦੇ ਅਸੀਂ ਗੱਲ ਨਹੀਂ ਕਰਨੀ। ਪੈਲ ਵਾਲਿਆਂ ਨੇ ਸਾਨੂੰ ਮੈਂ ਫੋਟੋਆਂ ਵੀ ਦਿੱਤੀਆਂ ਸਰ। ਉਹ ਕੁੜੀ ਨੇ ਮੰਗਣਾ ਕਰਾਇਆ ਸੀ ਪਹਿਲਾਂ। ਹੂੰ ਬਿੰਦੂ ਬਾਲੀ ਸਾਨੂੰ ਝੂਠ ਬੋਲੇ ਸੀ, ਅਸੀਂ ਡੱਬਾ ਵਟਾਉਣ ਲੱਗੇ ਸੀ ਕਿ ਮੁੰਡੇ ਵਾਲੇ ਕਹਿੰਦੇ ਨੇ ਆਸਟ੍ਰੇਲੀਆ ਭੇਜਣਾ, ਅਸੀਂ ਕਿਹਾ ਕੈਨੇਡਾ ਭੇਜਣਾ, ਇਸ ਕਰਕੇ ਅਸੀਂ ਡੱਬਾ ਵਟਾਇਆ ਨਹੀਂ, ਅਸੀਂ ਆਪਣੇ ਘਰ ਨੂੰ ਆ ਗਏ। ਅਸੀਂ ਇਨਕੁਆਰੀ ਹੁਣ ਕਰੀਏ ਸਰ, ਇਹ ਪੈਲ ਕੁੜੀ ਮੰਗੀ ਹੋਈ ਸੀ 6 ਮਹੀਨੇ ਦੀ ਤੇ ਨਾਨਕਾ ਪਰਿਵਾਰ ਸਗਨ ਪਾਇਆ ਗਿਆ। ਮੁੰਡੇ ਵਾਲੇ ਨੇ ਹੀ ਆਫਰ ਲੈਟਰ ਮੰਗਾਈ ਸੀਗੀ। ਨੇ ਪਰ ਤੁਸੀਂ ਆਪਸ ਵਿੱਚ ਚੰਗੇ ਗੁੱਡ ਫਰੈਂਡ ਸੀਗੇ? ਸਰ ਇੰਨੇ ਗੁੱਡ ਫਰੈਂਡ ਨਹੀਂ ਸੀ। ਮੇਰੇ ਭਤੀਜੇ ਨੂੰ ਰਿਸ਼ਤਾ ਕਰਾਉਣ ਆਇਆ ਸੀ, ਉਸ ਟਾਈਮ 3 ਲੱਖ ਰੁਪਇਆ ਮੰਗਦੇ ਸੀ ਰਿਸ਼ਤੇ ਕਰਾਉਣ ਦਾ। ਇਹ ਬਿੰਦੂ ਬਾਲੀਆ ਬਾਲੀਆ ਜੀ 3 ਲੱਖ ਰੁਪਇਆ ਰਿਸ਼ਤਾ ਕਰਾਉਣ ਦਾ ਮੰਗ ਰਿਹਾ ਸੀਗਾ। ਬਿੰਦੂ ਬਾਲੀਆ ਜੀ ਨਾਸੀ ਹੋਲਡ ਔਨ ਪਲੀਜ਼। ਸੋ ਤੁਸੀਂ ਕਹਿੰਦੇ ਹੋ ਕਿ ਤੁਹਾਡਾ 28 ਲੱਖ ਰੁਪਏ ਖਰਚ ਕਾਤੇ ਆਇਆ? ਫਿਰ ਇਹ ਕਲੇਮ ਕੀ ਕਰ ਰਹੇ ਤੁਸੀਂ? 28,40,500 ਰੁਪਏ ਖਰਚਾ ਆਇਆ। ਇਹਦੇ ਵਿੱਚ ਫੀਸ ਭਰੀ ਤੁਸੀਂ? ਹਰ ਫੀਸ ਭਰੀ ਅਸੀਂ 10,60,000 ਰੁਪਇਆ। ਇਹ ਤੁਸੀਂ ਪੇ ਕਿਵੇਂ ਕੀਤੇ ਆ? ਕਿਹਨੂੰ ਕੀਤੇ ਆ ਇਹ? ਇਹ ਸਰ 4.5 ਲੱਖ ਰੁਪਏ ਨੇ ਆਪਣੇ ਭਰਾ ਦੇ ਅਕਾਊਂਟ 'ਚ ਪਵਾਇਆ। ਹੂੰ ਬੈਂਕ ਸਟੇਟਮੈਂਟ ਹੈਗੀ ਸਰ ਆਪਣੇ ਕੋਲ। ਭਰਾ ਦਾ ਨਾਮ ਕੀ ਹੈ? 6,10,000। ਹਾਂਜੀ ਸਰ, ਭਰਾ ਦਾ ਨਾਮ ਕੀ ਹੈ? ਰਕੇਸ਼ ਬਾਲੀਆ ਜੀ। ਰਕੇਸ਼ ਬਾਲੀਆ। ਇਹ ਵੱਡੇ ਨੇ ਆਪਣੇ ਬਿੰਦੂ ਬਾਲੀਆ ਜੀ ਤੋਂ? ਸਰ ਜਮੈਂਟ ਫੈਮਿਲੀ ਇਹਨਾਂ ਦੀ, ਸਾਰੇ ਬਾਲੀਏ ਵੀ ਹੈ ਨਹੀਂ। ਬਾਲੂ ਗੋਤ ਹੈ, ਇਹ ਵੀ ਝੂਠਾ ਲਾਉਂਦੇ ਨੇ। ਇਹਨਾਂ ਦਾ ਬਾਲੀਏ ਨਹੀਂ ਹੈਗੇ, ਇਹ ਬਾਲੂ ਨੇ। ਇਹ ਕੀ ਨੇ ਇਹ? ਬਾਲੂ ਗੋਤ ਹੈ ਸਰ ਨਾ, ਬਾਲੂ। ਬਾਲੀਏ ਵੈਸੇ ਹੀ ਲਿਖਦੇ ਨੇ, ਬਾਲੀਏ ਹੈ ਹੀ ਨਹੀਂ। ਇਹ ਮਤਲਬ ਕਿ ਤੁਹਾਨੂੰ ਇਹ ਬਿਲਕੁਲ ਝੂਠੇ ਲੱਗਦੇ ਹੁਣ? ਪਹਿਲਾਂ ਨਹੀਂ ਸੀ ਝੂਠੇ ਲੱਗਦੇ? ਨਹੀਂ ਸਰ, ਪਹਿਲਾਂ ਕੋਈ ਇਹੋ ਜਿਹੀ ਗੱਲ ਹੈ ਹੀ ਨਹੀਂ ਸੀ। ਜਦੋਂ ਇਹਨਾਂ ਨੇ ਐਗਰੀਮੈਂਟ ਬਾਰੇ ਗੱਲ ਹੋਈ ਸੀ, ਐਗਰੀਮੈਂਟ ਕਰਾ ਕੇ ਮੈਂ ਇਹਨਾਂ ਨੂੰ ਸੈਂਡ ਕਰਤਾ। ਇਹ ਕਹਿੰਦੀ ਮੈਂ ਸਾਈਨ ਕਰ ਦੂੰਗਾ, ਸਾਈਨ ਨੂੰ ਇਹਨੇ ਮਨਾ ਕਰਤਾ। ਉਸ ਟਾਈਮ ਜ਼ਿਆਦਾ ਤੁਸੀਂ ਕਰਕੇ ਸ਼ਾਦੀ ਕੀਤੀ ਆ, change ਹੋ ਗਏ। ਇੱਕ ਮਿੰਟ, ਸ਼ਾਦੀ ਕੀਤੀ, ਰੀਲ ਸ਼ਾਦੀ ਕੀਤੀ ਆ, ਔਰ ਐਗਰੀਮੈਂਟ ਕਾਹਦਾ ਆਇਆ? ਐਗਰੀਮੈਂਟ ਕੀ ਚੀਜ਼ ਦਾ ਤੁਸੀਂ ਲਿਖਣਾ ਚਾਹੁੰਦੇ ਹੋ? ਸਰ ਬੱਚੇ ਅੱਜ ਕੱਲ ਮੁੱਕਰਦੇ ਨੇ, ਕਿੰਨੇ ਮੁੰਡੇ ਮਰਦੇ ਨੇ ਨੌਜਵਾਨ, ਪੈਸੇ ਕੁੜੀ ਵਾਲੇ ਲਗਾ ਕੇ ਬਾਹਰ ਨੂੰ ਚਲੇ ਜਾਂਦੇ ਨੇ। ਕੁੜੀ ਬਾਹਰ ਚਲੇ ਜਾਂਦੀ ਹੈ, ਬਾਹਰ ਜਾ ਕੇ ਭੁੱਲ ਜਾਂਦੀ ਹੈ। ਇਹ ਐਗਰੀਮੈਂਟ ਐਗਰੀਮੈਂਟ ਵਿਆਹ ਕਰਨ ਤੋਂ ਪਹਿਲਾਂ ਕਿਉਂ ਨਹੀਂ ਕੀਤਾ? ਸਰ ਇਹਨਾਂ ਦੋਨਾਂ ਭਰਾਵਾਂ 'ਚ ਗੱਲ ਹੋਈ ਸੀ, ਮੇਰੇ ਤੇ ਬਿੰਦੂ ਵਾਲੀਏ ਨਾਲ, ਵੀ ਅਸੀਂ ਜਿੰਨਾ ਖਰਚਾ ਹੋਣਾ ਤੁਸੀਂ ਕਰਨਾ, ਮੈਂ ਕੁਝ ਨਹੀਂ ਕਰ ਸਕਦਾ, ਮੇਰੇ ਕੋਲ 1 ਵੀ ਰੁਪਿਆ ਨਹੀਂ ਹੈਗਾ। ਸਰ ਮੈਂ ਟੋਟਲ ਖਰਚਾ ਕਰਦਾ, ਜਿਹੜੀ ਮਿਲਣੀ ਤੇ ਮੁੰਦੀ ਮੈਨੂੰ ਪਾਈ ਆ ਉਹ ਵੀ ਮੈਂ ਦਿੱਤੀ ਇਹਨਾਂ ਨੂੰ। ਅਸੀਂ ਇਹਨਾਂ ਦੇ ਘਰ ਟੈਂਟ ਵੀ ਲਾ ਕੇ ਆਏ ਸਰ। ਹੋਲਡ ਔਨ 1 ਸੈਕਿੰਡ। ਬਿੰਦੂ ਬਾਲੀਆ ਜੀ ਤੁਸੀਂ ਲਾਈਨ 'ਤੇ ਹੋ? ਬਿੰਦੂ ਬਾਲੀਆ ਜੀ ਆਪ ਜੀ ਦਾ ਸਵਾਗਤ ਹੈ ਸਰ। ਹੈਲੋ ਬਿੰਦੂ ਜੀ ਆਪ ਜੀ ਨੂੰ ਜੀ ਆਇਆਂ। ਜੀ ਸਰ। ਹਾਂ ਥੋੜੀ ਜਿਹੀ ਬੋਲੋਗੇ ਆਪ ਜੀ? ਮੇਰੇ ਖਿਆਲ ਥਕਾਵਟ ਵਿੱਚ ਹੋਵੋਗੇ ਕਿ ਤੁਹਾਡਾ ਕੰਮ ਕਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਿੰਦੂ ਜੀ ਤੁਹਾਡਾ ਸਤਿਕਾਰ ਹੈ ਇਲਾਕੇ ਵਿੱਚ, ਪਰ ਬਲਵਿੰਦਰ ਜੀ ਕਹਿੰਦੇ ਕਿ ਸਤਿਕਾਰ ਹੈ ਨਹੀਂ। ਮੈਂ ਕਿ ਤੁਸੀਂ ਪਹਿਲਾਂ ਦੋਸਤ ਰਹੇ ਆ, ਉਸ ਤੋਂ ਬਾਅਦ ਸ਼ਾਦੀ ਕੀਤੀ ਹੈ, ਸ਼ਾਦੀ ਤੋਂ ਬਾਅਦ ਇਹ ਸਾਰਾ ਕੁਝ ਜੋ ਵੀ ਪ੍ਰੋਬਲਮ ਖੜੀ ਹੋਈ ਹੈ, ਔਰ ਇਹ ਆਈ ਡੋਂਟ ਨੋ ਕਿਉਂ ਖੜੀ ਹੋਈ ਹੈ। ਔਰ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਕਲੇਮ ਕੀਤਾ ਕਿ ਕੁੜੀ ਦੇ ਮਤਲਬ ਗੋਲ ਬਲੈਡਰ ਨਹੀਂ ਹੈ। ਦੈਟਸ ਨਾਰਮਲ, ਇਹ ਕਾਮਨ ਚੀਜ਼ ਹੈ। ਗੋਲ ਬਲੈਡਰ ਜਿਹੜਾ ਆ ਦੁਨੀਆ ਵਿੱਚ ਕਿੰਨੇ ਹਜ਼ਾਰਾਂ ਲੋਕਾਂ ਦੇ, ਹਜ਼ਾਰਾਂ ਲੋਕਾਂ ਵਿੱਚੋਂ ਕਿੰਨੇ 100 ਲੋਕਾਂ ਦੇ ਗੋਲ ਬਲੈਡਰ ਨਹੀਂ ਹੈ ਬੋਡੀ ਵਿੱਚ। ਡਸਨਟ ਮੈਟਰ ਕਿਹੜੀ ਏਜ ਹੈ। ਗੋਲ ਬਲੈਡਰ ਕੋਈ ਐਸਨੀ ਸੀਰੀਅਸ ਬਿਮਾਰੀ ਨਹੀਂ ਹੈ, ਕੋਈ ਬੋਡੀ ਦਾ ਐਸਾ ਪਾਰਟ ਨਹੀਂ ਜੇ ਤੁਸੀਂ ਕੱਢ ਦੋਗੇ ਤਾਂ ਬੰਦਾ ਜਿਹੜਾ ਆ ਉਹ ਖਤਮ ਹੋ ਜਾਂਦਾ। ਸੋ ਦੂਜੇ ਪਾਸੇ ਬਿਮਾਰੀ ਦਾ ਸ਼ਿਕਾਰ ਕੋਈ ਵੀ ਵਿਅਕਤੀ ਕਿਸੇ ਵੀ ਉਮਰ ਵਿੱਚ ਹੋ ਸਕਦਾ, ਉਹਦਾ ਇਲਾਜ ਕੀਤਾ ਜਾਂਦਾ ਹੈ। ਇਲਾਜ ਤੁਸੀਂ ਕਰਾਇਆ ਬੱਚੇ ਦਾ, ਔਰ ਇਹ ਤੁਸੀਂ ਕਹਿ ਰਹੇ ਹੋ ਕਿ ਬੱਚਾ ਨਪੁੰਸਕ ਮਾਫ ਕਰਨਾ। ਸੋ ਉਹਦੇ ਬਾਰੇ ਵਿੱਚ ਤੁਸੀਂ ਕਹਿਣਾ ਚਾਹੁੰਦੇ ਹੋ ਤੁਹਾਡੀ ਸ਼ਾਦੀ ਟੁੱਟੀ ਕਿਉਂ ਇੰਨੇ ਸਮੇਂ ਵਿੱਚ, 26 ਦਿਨਾਂ ਦੇ ਵਿੱਚ ਕਾਰਨ ਕੀ ਆ? ਸਰ ਤੁਹਾਨੂੰ ਦੱਸੀ ਤਾਂ ਜਾਂਦੇ ਆ, ਸਾਰਾ ਕੁਝ ਤਾਂ ਸਹੀ ਤਾਂ ਇਹ ਬਲਵਿੰਦਰ ਜੀ ਨੇ। ਅਸੀਂ ਤਾਂ ਹੁਣ ਅਸੀਂ ਤਾਂ ਸਾਰੇ ਦੋਸ਼ੀ ਹੋਣ ਇੱਕ ਕਿਸਮ ਦੇ ਲਗਭਗ, ਕਿਉਂਕਿ ਆਹੀ ਗੱਲ ਕਰੀ ਜਾਣਾ ਵੀ ਇਲਾਕੇ 'ਚ ਸਤਿਕਾਰ ਨਹੀਂ। ਦੱਸੋ ਜੀ,
ਇਸ ਬੰਦੇ ਦੇ ਇਕੱਲੇ ਕਹਿਣ ਨਾਲ ਇਲਾਕੇ ਸਤਿਕਾਰ ਘਟ ਜੂਗਾ। ਇਹ ਕੁਝ ਵੀ ਕਹਿ ਸਕਦੇ ਨੇ, ਮੈਨੂੰ ਆਲਰੇਡੀ ਕਹਿਤਾ ਹਾਂਜੀ ਕਿ ਤੁਸੀਂ ਹੁਣ ਸਾਰੇ ਉਹਨਾਂ ਦੇ ਔਗਣ ਕਹਿ ਰਹੇ ਹੋ, ਕੋਈ ਗੁਣ ਕਹਿ ਹੀ ਨਹੀਂ ਰਹੇ। ਇਹਦਾ ਮਤਲਬ ਕਿ ਇੰਨੇ ਮਾੜੇ ਹੋ ਗਏ ਨੇ ਹੁਣ। ਪਹਿਲਾਂ ਤੁਸੀਂ ਦੋਸਤ ਸੀਗੇ। ਹੈਰਾਨੀ ਇਸ ਚੀਜ਼ ਦੀ ਹੈ ਬਿੰਦੂ ਜੀ ਕਿ ਤੁਹਾਡਾ ਸਤਿਕਾਰ ਹੈ, ਕਿਸੇ ਕਹੇ ਸਤਿਕਾਰ ਘਟਦਾ ਨਹੀਂ ਗਾ ਨਾ ਵੱਧਦਾ ਆ। ਬਾਕੀ ਸਰ ਰਹੀ ਗੱਲ ਜਿਹੜਾ ਇਨਸਾਫ ਆ ਸਰ, ਇਨਸਾਫ ਤਾਂ ਆਪਾਂ ਵੀ, ਤੁਸੀਂ ਵੀ ਸਰ ਪੰਜਾਬ ਨੂੰ ਬਿਲੋਂਗ ਕਰਦੇ ਆ, ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ, ਮੈਂ ਬਹੁਤ ਪੁਰਾਣਾ ਤੁਹਾਨੂੰ ਜਾਣਦਾ ਕਿਉਂਕਿ ਤੁਹਾਨੂੰ ਤਾਂ ਬਹੁਤ ਲੋਕੀ ਜਾਣਦੇ ਤੇ ਤੁਸੀਂ ਤੁਹਾਨੂੰ ਪਤਾ ਹੀ ਹੈ ਸਰ ਵੀ ਆਪਾਂ ਇਨਸਾਫ ਦਾ ਸਹਾਰਾ ਲੈ ਰਹੇ ਆ। ਮੈਂ ਮੰਨ ਲਓ ਇਹ ਕਹਿੰਦੇ ਆ ਵੀ ਅਸੀਂ ਐ ਕਰਿਆ ਜੀ, ਉਹ ਕਰਿਆ ਜੀ, ਜੋ ਵੀ ਇਹ ਇਲਜ਼ਾਮ ਸਾਡੇ ਤੇ ਲਾਉਂਦੇ ਆ, ਇਹਨਾਂ ਨੂੰ ਪੂਰਾ ਸਰ ਹੱਕ ਆ ਇਹ ਕਾਨੂੰਨ ਦਾ ਦਰ ਖੜਕਾ ਸਕਦੇ ਆ। ਆਪਣਾ ਕਾਨੂੰਨ ਹੈਗਾ ਇੰਡੀਆ ਦਾ ਕਾਨੂੰਨ, ਪੰਜਾਬ ਦਾ ਕਾਨੂੰਨ, ਜਿੱਥੇ ਜਾਣਾ ਮਤਲਬ ਜੇ ਕਿਸੇ ਨਾਲ ਕੋਈ ਧੱਕਾ ਹੋਇਆ ਤਾਂ ਜਾ ਸਕਦਾ। ਸਾਡੇ ਨਾਲ ਧੱਕਾ ਹੋਇਆ, ਅਸੀਂ ਗਏ ਆ। ਅਸੀਂ ਸਾਡੀ ਬੇਟੀ ਦਾ ਫੋਨ ਖੋਇਆ ਸਰ, ਸਿਮ ਖੋਣ ਦਾ ਮਤਲਬ ਹੁੰਦਾ ਸਰ ਫੋਨ ਬੇਟੇ ਨੇ ਦਿੱਤਾ ਸੀ, ਫੋਨ ਘਰ ਵਾਲਾ ਖੋਣ ਦਾ ਹੱਕਦਾਰ ਹੋਣਾ, ਪਤੀ ਵਾਲਾ ਪਤੀ ਪਰਮੇਸ਼ਵਰ ਆ। ਸਰ ਇਸ ਬੰਦੇ ਦੇ 6 ਕੇਸ ਚੱਲਦੇ ਨੇ ਕਿਤੇ ਸੇ ਸਰ ਇਹਨਾਂ ਦੀ ਸੁਣ ਲਓ ਸਰ, ਇਸ ਬੰਦੇ 6 ਕੇਸ ਚੱਲਦੇ ਨੇ ਆਲਰੇਡੀ। ਕਿਹਦੇ ਉੱਪਰ 6 ਕੇਸ ਚੱਲਦੇ ਨੇ ਜੀ? ਬਿੰਦੂ ਵਾਲੀ ਤੇ ਸਰ ਇਹਨੇ ਦੁਕਾਨ ਤੇ ਕਬਜ਼ਾ ਕੀਤਾ ਹੋਇਆ, ਨਜਾਇਜ਼ ਬੰਦਾ ਮਰ ਗਿਆ ਹੌਂਕੇ ਚ, ਇੱਕ ਗੱਡੀ ਦਾ ਕੇਸ ਚੱਲਦਾ, ਕਿਸੇ ਦਾ ਪੈਸੇ ਦਾ, ਸਾਰੇ 6 ਕੇਸ ਮੰਨਿਆ ਹੋਇਆ ਇਹ। ਕਹਿੰਦਾ ਅਸੀਂ ਵਕੀਲ ਤਨਖਾਹ ਤੇ ਰੱਖਿਆ ਹੋਇਆ। ਮੈਂ ਵੀ ਉਹ ਵਕੀਲ ਨਾਲ ਗੱਲ ਕਰੋ ਜੋ ਮੈਂ ਟਰਨ ਭਰਦੇ ਆ ਵੀ ਮੈਂ 30 ਲੱਖ ਰੁਪਇਆ ਅਕਾਊਂਟ ਚੋਂ ਕਮਾਇਆ, ਮੈਂ ਟਰਨ ਵਾਲੇ ਹਿਸਾਬ ਕਿਤਾਬ ਦੇਣਾ, ਬੁੱਕਾਂ ਕਿਤਾਬਾਂ 'ਚ ਰੱਖਣਾ ਉਹਨੇ। ਬਲਵਿੰਦਰ ਜੀ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਕੋਈ ਐਸੀ ਜੱਜਮੈਂਟ ਨਹੀਂ ਲੈ ਰਹੇ ਕਿਸੇ ਪਰਿਵਾਰ ਦੇ ਅਗੇਂਸਟ ਕਿ ਬੰਦਾ ਜਿਹੜਾ ਵਿਕਟਮ ਹੈ ਜਾਂ ਕੌਣ ਹੈ ਕੌਣ ਨਹੀਂ। ਅਸੀਂ ਗੱਲ ਕਰ ਰਹੇ ਕਿ ਸ਼ਾਦੀ ਦੇ ਵਿੱਚ ਫਰਾਡ ਹੋਇਆ ਆ ਔਰ ਕੈਨੇਡਾ ਆਉਣ ਦੀ ਖਾਤਰ ਕਿੰਨਾ ਫਰਾਡ ਹੋਇਆ ਆ। ਤੁਹਾਡੇ ਨਾਲ ਫਰਾਡ ਹੋਇਆ ਜਾਂ ਲੜਕੀ ਵਾਲੇ ਫਰਾਡ ਹੋਇਆ, ਇਹਦੇ ਬਾਰੇ ਵਿੱਚ ਜਾਣਕਾਰੀ ਲੈਣੀ ਚਾਹੁੰਦੇ ਹੋ? ਸਾਨੂੰ ਇਸ ਚੀਜ਼ ਬੈਂਕ ਸਟੇਟਮੈਂਟ ਤੁਹਾਨੂੰ ਦੇਖੀ ਦਿੰਦੇ ਭੇਜ ਦਿੰਦੇ ਆ, ਭੇਜੀਆਂ ਹੋਈਆਂ। ਓਕੇ ਆਈ ਸੀ। ਬਟ ਦੂਜੇ ਪਾਸੇ ਉਹ ਕਹਿੰਦੇ ਕਿ ਤੁਸੀਂ ਇੱਕ ਫੋਨ ਖੋਇਆ, ਲੜਕੀ ਜਿਹੜੀ ਸੀ ਬੜੀ ਪਰੇਸ਼ਾਨ ਸੀ। ਖੋਇਆ ਨਹੀਂ ਗਿਆ ਸਰ, ਫੋਨ ਖੋਇਆ ਨਹੀਂ। ਬਹੂ ਨੂੰ ਰਿਕਾਰਡਿੰਗ ਸਹਿਨਾਜ ਬਾਲੀਆਂ ਨੂੰ ਇਹਨੇ ਪਾਪਾ ਨੇ ਫੋਨ ਕਰਿਆ, ਸਰ ਮੈਂ ਉਹਨੂੰ ਭੇਜੀ ਆ ਕਿ ਮੈਂ ਟੂ ਪੁਲਿਸ ਲੈ ਕੇ ਆਉਣਾ, ਤੂੰ ਤਿਆਰ ਰਹੀ। ਉਹ ਕਹਿੰਦੀ ਹਾਂ ਪਾਪਾ ਮੈਂ ਤਿਆਰ ਹਾਂ। ਉਹ ਕਰਕੇ ਫੋਨ ਸੈਲਫ ਤੇ ਰੱਖ ਕੇ ਹੈਂਡ ਵਾਸ਼ ਕਰਕੇ ਚਲੇ ਗਈ। ਬੇਟੇ ਦੇ ਫੋਨ ਲੱਗ ਗਿਆ ਹੱਥ ਥੱਲੇ। ਬੇਟੇ ਨੇ ਪਹਿਲੀ ਰਾਤ ਨੂੰ ਫੋਨ ਗਿਫਟ ਕਰਿਆ ਸੀ ਤੇ ਫੋਨ ਖੋਇਆ ਨਹੀਂ ਗਿਆ ਸਰ ਨੇ। ਫੋਨ ਬਿਲਕੁਲ ਨਹੀਂ ਖੋਇਆ ਗਿਆ, ਨਜਾਇਜ਼ ਆ ਫੋਨ ਖੋਇਆ ਨਹੀਂ ਗਿਆ ਹੈਗਾ ਜੀ। ਫੋਨ ਰੱਖ ਕੇ ਸੈਲਫ ਦੇ ਵਿੱਚ ਰੂਮ ਚਲੀ ਗਈ, ਆਪਣੀ ਮੰਮੀ ਕੋਲ, ਮੇਰੀ ਮਿਸੇਜ ਕੋਲ ਚਲੀ ਗਈ। ਬੇਟਾ ਡਰਾਈਵਿੰਗ ਰੂਮ 'ਚ ਬੈਠਾ ਸੀ, ਬ੍ਰੇਕਫਾਸਟ ਕਰਕੇ ਉਹ ਹੈਂਡ ਵਾਸ਼। ਬਲਵਿੰਦਰ ਜੀ ਮਾਫੀ ਚਾਹੁੰਦੇ ਆ, ਪਤਾ ਨਹੀਂ ਕਿਉਂ ਐ ਲੱਗ ਰਿਹਾ ਕਿ ਪਹਿਲੀ ਰਾਤ ਦੀਆਂ ਗੱਲਾਂ ਤੁਹਾਨੂੰ ਵੱਧ ਪਤਾ, ਮੁੰਡੇ ਨੂੰ ਘੱਟ ਪਤਾ। ਮੁੰਡੇ ਨਾਲ ਬਾਸੀ ਸਾਹਿਬ ਗੱਲ ਕੀਤੀ ਜਾਵੇ। ਇਹ ਮੁੰਡੇ ਨਾਲ ਆਈ ਸੀ। ਐਨੀਵੇ ਆਪਣੇ ਬਿੰਦੂ ਜੀ ਤੁਹਾਡਾ ਇਹ ਤੁਸੀਂ ਸੀਰੀਅਸ? ਹਾਂਜੀ ਹਾਂਜੀ ਜਿਹੜੀ ਤੁਹਾਨੂੰ ਰਿਕਾਰਡਿੰਗ ਭੇਜੀ, ਰਿਕਾਰਡਿੰਗ ਸੁਣ ਲਓ। ਹਾਂਜੀ ਸਰ ਜੀ 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 ਬਿੰਦੂ ਜੀ ਬੋਲੋ। ਪਰ ਮੈਂ ਇਹ ਕਹਿਣਾ ਚਾਹੁੰਦਾ, ਮੈਂ ਇਹਨਾਂ ਨਾਲ ਕਿਸੇ ਬਹਿਸਬਾਜ਼ੀ 'ਚ ਨਹੀਂ ਪੈਣਾ ਚਾਹੁੰਦਾ ਕਿਉਂਕਿ ਮੇਰਾ ਆਲਰੇਡੀ ਸਰ ਕਾਨੂੰਨ ਦਾ ਦਰ ਖੜਕਾਇਆ ਹੋਇਆ। ਮੈਂ ਜਦੋਂ ਬੇਟੀ ਨੂੰ ਫੋਨ ਖੋਇਆ ਜੀ, ਮੇਰੇ ਕੋਲ ਆਲਰੇਡੀ ਪ੍ਰੂਫ ਹੈ। ਜਿਹੜੀ ਵੀਡੀਓ ਅਸੀਂ ਬਣਾਈ ਹੋਈ ਹੈ ਮੈਂ ਪੁਲਿਸ ਵਾਲੇ ਦੇ ਥਰੂ ਲੈ ਕੇ ਆਇਆ। ਬੇਟਾ ਇਹਨਾਂ ਦਾ ਸਾਨੂੰ 3 ਵਾਰੀ ਮਾਰਨ ਨੂੰ ਆਇਆ ਤੇ ਅੰਦਰ ਬੰਦ ਕੀਤਾ ਇਹਨਾਂ ਨੇ। ਅੱਛਾ, ਤੇ ਉਹ ਸਾਡੇ ਕੋਲ ਵੀਡੀਓ ਸਾਰੀਆਂ ਪਈਆਂ। ਮੈਂ ਵਿਦ ਵੀਡੀਓ ਬਣਾਈ ਇਹਨਾਂ ਨੇ, ਕੁੜੀ ਕੁੱਟ ਮਾਰ ਕੇ ਬੰਦ ਕਰੀ ਜਾਂ ਕੁੜੀ ਕੋਈ ਕੁੱਟ ਮਾਰ ਕੇ ਬੰਦ ਨਹੀਂ ਜੀ ਕਰੀ ਹੋਈ। ਉਸ ਟਾਈਮ 3 ਸਟਾਫ ਦੇ ਮੈਂਬਰ ਸੀ, ਪੰਚਾਇਤ ਮੈਂਬਰ ਆਏ ਸੀ, ਬੁਲਾਏ ਸੀ ਅਸੀਂ ਘਰੇ ਉਸ ਟਾਈਮ ਜਦੇ। ਕੋਈ ਕੁੜੀ ਕੁੱਟੀ ਮਾਰੀ, ਕੋਈ ਝੂਠੀ ਦਰਖਾਸਤ ਦੇਖ ਲੇਗਾ, ਝੂਠੀ ਦਰਖਾਸਤ ਪਾਈ ਗਈ ਇਹਨਾਂ ਦੀ। ਐਨਵੇ ਅੱਛਾ ਆਪਣੇ ਬਾਲੀ ਸਾਹਿਬ ਤੁਸੀਂ ਮੈਨੂੰ ਕੱਟ ਕਰ ਦੋ ਜਾਂ ਮੈਨੂੰ ਗੱਲ ਕਰ ਲੈਣ ਦੋ ਬਲਵਿੰਦਰ ਜੀ, ਜਾਂ ਮੈਨੂੰ ਗੱਲ ਕਰ ਲੈਣ ਦੋ ਜਾਂ ਕੱਟ ਕਰ ਦੋ। ਬਲਵਿੰਦਰ ਤੁਹਾਨੂੰ ਆਗਿਆ ਨਹੀਂ ਕਿ ਜਿਹਦੇ ਚ ਮੈਂ ਤੁਹਾਨੂੰ ਆਗਿਆ ਦਿੰਦਾ ਬੋਲਣ ਦੀ, ਪਲੀਜ਼। ਠੀਕ ਹੈ ਸਰ, ਜਾਂ ਤੁਹਾਡੀ ਆਗਿਆ ਜਾਂ ਬੋਲੋ ਸਰ। ਕਰ ਲੈਣ ਦੋ ਜਾਂ ਫਿਰ ਤੁਸੀਂ ਦੱਸ ਲਓ ਹਨਾ। ਹਾਂਜੀ ਬੋਲੋ ਜੀ। ਬਿੰਦੂ ਜੀ ਬਿਲਕੁਲ ਨਹੀਂ ਬੋਲਣਗੇ, ਆਗਿਆ ਨਹੀਂ ਉਹਨਾਂ ਨੂੰ ਗੱਲ ਕਰਨ ਦੀ। ਹਾਂਜੀ ਸਰ, ਮੈਂ ਆਲਰੇਡੀ ਸਾਰੇ ਪ੍ਰੂਫ ਮਾਨਯੋਗ ਅਦਾਲਤ ਦੇ ਵਿੱਚ ਲਾਉਂਗਾ ਤੇ ਉਹ ਮੇਰੇ ਕੋਲ ਬਕਾਇਦਾ ਇੱਕ ਪ੍ਰੂਫ ਪਾਇਆ। ਮੈਂ ਤੁਹਾਨੂੰ ਉਸ ਚੀਜ਼ ਦਾ ਵੀ ਸਰ ਮੈਂ ਬਕਾਇਦਾ ਹੋ ਸਕਦਾ ਮੈਂ ਤੁਹਾਡੇ ਸ਼ੋਅ 'ਚ ਮੈਂ ਭੇਜਾਂ ਉਹਨੂੰ ਚੀਜ਼ ਨੂੰ, ਉਹ ਪਰ ਮੈਂ ਉਸ ਸੀਕ੍ਰੇਟ ਨੇ ਸਰ ਜਿਹੜੇ ਮੈਂ ਤੁਹਾਡੇ ਨਾਲ ਸ਼ਾਇਦ ਮੈਂ ਮਾਫੀ ਚਾਹੁੰਦਾ ਵੀ ਉਹ ਮੈਂ ਇਸ ਟਾਈਮ ਨਹੀਂ ਸ਼ੇਅਰ ਕਰ ਸਕਦਾ। ਕੁਝ ਸੀਕ੍ਰੇਟ ਜਿਹੜੇ ਮੈਂ ਕੋਰਟ 'ਚ ਹੀ ਸ਼ੇਅਰ ਕਰਦਾ। ਨੋ ਪ੍ਰੋਬਲਮ, ਤੁਹਾਡੇ ਕੋਲ ਪੂਰੇ ਹੱਕ ਨੇ ਆਪਣੇ ਕੋਲ ਡਾਕੂਮੈਂਟ ਸੀਕ੍ਰੇਟ ਰੱਖਣ ਦੇ ਔਰ ਤੁਹਾਡੇ ਕੋਲ ਪੂਰੇ ਹੱਕ ਨੇ। ਅੱਛਾ, ਤੁਸੀਂ ਉਸ ਦਿਨ ਇੱਕ ਬਹੁਤ ਵੱਡਾ ਦੋਸ਼ ਲਾਇਆ, ਲੜਕੇ ਵਾਲੇ ਬੜੇ ਪਰੇਸ਼ਾਨ ਨੇ। ਤੁਸੀਂ ਕਹਤਾ ਕਿ ਲੜਕੀ 26 ਦਿਨ ਜਿੱਦਾਂ ਸੀ ਭੇਜੀ ਸੀ ਉਹਦੇ ਵਾਪਸ ਆਈ ਆ। ਬੈੱਡ ਨਵਾਂ ਲਿਆ ਸੀ, ਬੈੱਡ ਸਾਫ਼ ਦਾ ਸਾਫ਼ ਹੀ ਰਿਹਾ, ਉਹਦੇ ਵਾਪਸ ਆ ਗਿਆ। ਮੇਰੇ ਕਹਿਣ ਦਾ ਭਾਵ ਹੈ ਕਿ ਲੋਕ ਸਮਝਦੇ ਨੇ ਕਿਉਂਕਿ ਅਸੀਂ ਰਜਾਈਆਂ ਵਿੱਚ ਨਹੀਂ ਵੜ ਸਕਦੇ ਲੋਕਾਂ ਦੀ। ਤੁਸੀਂ ਕਿਹਾ ਸੀ ਕਿ ਬੱਚਾ ਜਿਹੜਾ ਨਪੁੰਸਕ ਆ, ਜਾਣੀ ਕਿ ਇਹ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਹੈ,
ਇਹ ਨਮਰਦ ਹੈ ਜਿਹਨੂੰ ਤੁਸੀਂ ਪੰਜਾਬੀ 'ਚ ਕਹਿੰਦੇ ਹੋ। ਨਪੁੰਸਕ ਵੀ ਇੱਕ ਐਸਾ ਸ਼ਬਦ ਹੈ ਜਿਹੜਾ ਕਿ ਲੋਕਾਂ ਨੂੰ ਆਮ ਨੂੰ ਨਹੀਂ ਸਮਝ ਆਉਂਦੀ। ਸੋ ਇਹ ਤੁਹਾਡੀ ਲੜਕੀ ਨੇ ਇਹ ਤੁਹਾਨੂੰ ਦੱਸਿਆ ਜਾਂ ਆਪਣੀ ਮਾਂ ਨੂੰ ਦੱਸਿਆ? ਆਮ ਤੌਰ ਤੇ ਇਹੋ ਜਿਹੀ ਗੱਲਾਂ ਮਾਂ ਨੂੰ ਸਾਂਝੀ ਕੀਤੀਆਂ ਜਾਂਦੀਆਂ ਨੇ। ਬਿੰਦੂ ਬਾਲੀਆ ਜੀ, ਤੁਸੀਂ ਸਾਡੇ ਸਤਿਕਾਰਯੋਗ ਹੋ, ਸਮਾਜ ਦੇ ਵਿੱਚ ਤੁਹਾਡਾ ਨਾਮ ਹੈ, ਨੋ ਡਾਊਟ। ਆਈ ਸਾਡੇ ਕੋਲ ਤਾਂ ਇਹ ਗੱਲਾਂ ਦਾ ਜ਼ਿਕਰ ਉਦੋਂ ਹੋਇਆ ਨਾ, ਉਦੋਂ ਸਾਨੂੰ ਤਾਂ ਪਹਿਲਾਂ ਤਾਂ ਜਿਹੜਾ 60 ਲੱਖ ਦਾ ਐਗਰੀਮੈਂਟ ਦਾ ਸੀਗਾ ਰੌਲਾ, ਉਹ ਕਹਿੰਦੇ ਸੀ ਵੀ ਬੇਟੀ ਨੂੰ ਤੁਸੀਂ ਤਾਂ ਮਿਲ ਸਕਦੇ ਆ, ਤਾਂ ਦੇਖ ਸਕਦੇ ਆ ਜੇ ਤੁਸੀਂ 60 ਲੱਖ ਦੇ ਸਾਈਨ ਕਰੋਗੇ ਪਹਿਲਾਂ। ਹਾਂ ਹਾਂ। ਮੈਂ ਘਰ ਦਾ ਮੁਖੀਨ ਵੀ ਮੇਰੀ ਇਜਾਜ਼ਤ ਤੋਂ ਬਿਨਾਂ ਤੁਸੀਂ ਬੇਟੀ ਨੂੰ ਦੇਖ ਤੱਕ ਨਹੀਂ ਸਕਦੇ। ਉਹ ਮੇਰੇ ਕੋਲ ਵਿਦ ਪ੍ਰੂਫ ਆ ਜੀ। ਮੈਂ ਮਾਨਯੋਗ ਅਦਾਲਤ ਚਲਾਉਣੇ ਆ ਜਿਹੜੀਆਂ ਇਹਨਾਂ ਦੀ ਗੱਲਾਂ ਕਰੀਆਂ। ਇਹ ਤਾਂ ਸਰ ਮੇਰੇ ਪ੍ਰਤੀ ਪਤਾ ਨਹੀਂ ਸਾਜ਼ਿਸ਼ ਬਣਾਉਂਦੇ ਆ ਰਹੇ ਕਰਦੇ, ਪਤਾ ਨਹੀਂ ਕਿੰਨੇ ਦੇਰ ਦੀਆਂ, ਕਹਿੰਦੇ 3 ਸਾਲ ਦੀ ਮੇਰੀ ਰਿਕਾਰਡਿੰਗਾਂ ਬਣੀ ਜਦੋਂ ਦਾ ਰਿਸ਼ਤਾ ਕਰਵਾਇਆ। ਇਹ ਗੱਲ ਛੱਡੋ ਬਲਵਿੰਦਰ ਜੀ, ਤੁਸੀਂ ਬੈਂਕਰਪਸੀ ਕੀਤੀ ਹੈ, ਤੁਸੀਂ ਕੀ ਕੀਤਾ? ਬਲਵਿੰਦਰ ਜੀ ਪਲੀਜ਼ ਕੁਆਇਟ, no matter what, ਮੈਂ I don't wasting my time। ਤੁਸੀਂ ਉਦੋਂ ਇਹ ਦੋਸ਼ ਲਾਇਆ ਸੀ ਲੜਕੇ ਕਿ ਲੜਕਾ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਹੈ, ਸਾਡੀ ਲੜਕੀ ਦੇ ਨਾਲ ਕੋਈ ਸਰੀਰਕ ਸੰਬੰਧ ਬਣਿਆ ਨਹੀਂ ਗਾ, ਨਾ ਪਹਿਲੇ ਦਿਨ ਨਾ 26 ਦਿਨਾਂ ਵਿੱਚ ਕਿਸੇ ਵੀ ਸਮੇਂ। ਇਹ ਸੱਚ ਹੈ ਬਿੰਦੂ ਵਾਲੇ ਜੀ? ਤੁਸੀਂ ਸੱਚੇ ਪਾਤਸ਼ਾਹ ਨੂੰ, ਜਿਸ ਵੀ ਧਰਮ ਨੂੰ ਮੰਨਦੇ ਹੋ, ਹਾਜ਼ਰ ਨਾਜ਼ਰ ਕੋ ਬੋਲੋ ਕਿ ਤੁਹਾਡੀ ਧੀ ਰਾਣੀ ਜੋ ਤੁਹਾਨੂੰ ਕਿਹਾ ਸੱਚ ਕਿਹਾ? ਬਾਸੀ ਸਾਹਿਬ, ਤੁਸੀਂ ਆਪਾਂ ਸਾਰੇ ਫੈਮਿਲੀ ਵਾਲੇ ਆ, ਇਸ ਗੱਲ ਨੂੰ ਪਬਲਿਕਲੀ ਮੈਂ ਮਤਲਬ ਬਹੁਤਾ ਸ਼ੇਅਰ, ਮੈਂ ਇੱਕ ਵਾਰੀ ਤੁਹਾਨੂੰ ਮਤਲਬ ਰਿਕੁਐਸਟ ਦੇ ਤੌਰ ਤੇ ਤੁਹਾਨੂੰ ਦੱਸਣਾ ਸੀਗਾ ਨਾ, ਵੱਡੇ ਭਰਾ ਦੇ ਨਾਤੇ, ਜਾਂ ਤੁਸੀਂ ਸੀਨੀਅਰ ਹੋ ਮੇਰੇ ਬਹੁਤ ਵੱਡੇ। ਤੇ ਪਰ ਸਰ ਇਹ ਸਾਡਾ ਕੋਰਟ 'ਚ ਮੈਟਰ ਚੱਲ ਰਿਹਾ ਆਲਰੇਡੀ। ਮੈਂ ਜਿਹੜਾ ਵੀ ਪ੍ਰੂਫ, ਜਿਹੜਾ ਵੀ ਸਬੂਤ ਨਾ ਅਸੀਂ ਲਾਵਾਂਗੇ ਉੱਥੇ। ਨਹੀਂ, ਉਹ ਮੈਂ ਸਭ ਕਿਹਨੇ ਜਾਣਨਾ ਚਾਹੁੰਦਾ ਕਿ ਤੁਸੀਂ ਇਹ ਗੱਲ ਉਦੋਂ ਗੱਲ ਕਹੀ ਸੀ ਤੇ ਇਹ ਪਰਿਵਾਰ ਦੇ ਸਾਡੇ ਤੇ ਝੂਠੇ ਦੋਸ਼ ਲਾਏ ਨੇ। ਹਾਂਜੀ ਬਾਸੀ ਸਰ, ਇਹ ਮੇਰੀ ਰਿਕੁਐਸਟ ਆ ਜੀ। ਇਹਨਾਂ ਨੂੰ ਵੀ ਬੇਨਤੀ ਕਰਦਾ, ਇਹਨਾਂ ਨੂੰ ਹੱਕ ਆ ਪੂਰਾ ਕਾਨੂੰਨ ਦਾ ਸਹਾਰਾ ਲੈਣ ਦਾ, ਇਹ ਲੈ ਸਕਦੇ ਆ ਜੀ। ਮੈਂ ਇਹਨਾਂ ਨੂੰ ਮਨਾ ਨਹੀਂ ਕਰਦਾ। ਜੇ ਇਹ ਮੰਨ ਲਓ ਕਹਿੰਦੇ ਆ, ਇਹ ਮੰਨ ਲਓ ਇਹਨਾਂ ਦੀ ਗੱਲ ਤੇ ਆਪਾਂ ਗੱਲ ਕਰਦੇ ਆ ਵੀ ਅਸੀਂ ਇਹਨਾਂ ਨੂੰ ਮਾਰਾ ਕਰਿਆ ਜਾਂ ਕੁਛ ਕਰਿਆ, ਇਹ ਆਪਾਂ ਕਾਨੂੰਨ ਦਾ ਸਹਾਰਾ ਲੈ ਸਕਦੇ ਆ। ਸਾਨੂੰ ਲੱਗਿਆ ਸਾਨੂੰ ਸਾਰਾ ਲੈਣਾ, ਅਸੀਂ ਲਿੱਤਾ ਹੈ। ਦੇਖੋ ਸਰ, ਉਸ ਗੱਲ ਦੇ ਵਿੱਚ ਨੁਕਸਾਨ ਤਾਂ ਦੇਖੋ ਹੋਇਆ ਸਾਡਾ ਬਹੁਤ ਵੱਡਾ, ਸਾਡੇ ਨਾਲ ਬਹੁਤ ਵੱਡਾ ਫਰਾਡ ਹੋਇਆ, ਸਾਡੇ ਨਾਲ ਬਹੁਤ ਵੱਡਾ ਧੋਖਾ ਹੈ ਬੇਟੀ ਨਾਲ। ਬੇਟੀ ਦੀ ਇੱਜ਼ਤ ਨਹੀਂ ਵਾਪਸ, ਬੇਟੀ ਦਾ ਜਿਹੜਾ ਕਲੰਕ ਲੱਗ ਗਿਆ ਉਹ ਨਹੀਂ ਸਾਡੇ ਤੇ ਕਲੰਕ ਲੱਗ ਗਿਆ, ਜਿਹੜਾ ਵਿਆਹ ਦਾ ਕਲੰਕ ਤੇ ਜੋ ਸਾਡੇ ਨਾਲ ਬੀਤੀ ਹੈ ਸਰ। ਰਹੀ ਗੱਲ ਇਹ ਸਰ, ਹੁਣ ਉਹ ਸਾਨੂੰ ਮਹਿਸੂਸ ਹੋਇਆ ਸਾਨੂੰ ਕਾਨੂੰਨ ਦਾ ਸਹਾਰਾ ਲੈਣਾ ਪੈਂਦਾ, ਅਸੀਂ ਲਿੱਤਾ ਹੈ। ਉਹ ਜੋ ਕਾਨੂੰਨ ਕਰੇਗਾ ਸਰ। ਬਿੰਦੂ ਜੀ, ਤੁਸੀਂ ਰਿਪੀਟ ਬਾਰ-ਬਾਰ ਗੱਲ ਇੱਕੋ ਕਰ ਰਹੇ ਹੋ। ਆਈ ਡੋਂਟ ਨੋ ਕਿ ਰਿਪੀਟ ਕਰ। ਮੇਰਾ ਸਵਾਲ ਹੈ ਕਿ ਇਹ ਇੱਕ ਦੋਸ਼ ਲਾ ਰਹੇ ਨੇ ਕਿ ਤੁਹਾਡੀ ਲੜਕੀ ਜੇ ਤੁਸੀਂ ਪਹਿਲਾਂ ਕਿਤੇ ਮੰਗਣੀ ਕੀਤੀ ਸੀ, ਇਹਨਾਂ ਨੂੰ ਦੱਸਿਆ ਨਹੀਂ ਇਸ ਗੱਲ ਦਾ? ਇਹ ਸੱਚ ਹੈ ਸਰ? ਕਹਿਣੇ ਨੂੰ ਤਾਂ ਹੁਣ 50 ਜਗ੍ਹਾ ਕਹੀ ਜਾਵੇ। ਮੈਂ ਤੁਹਾਨੂੰ ਸਰ ਮੈਂ ਕਹਿ ਤਾਂ ਰਿਹਾ ਬਾਸੀ ਸਰ ਬਈ ਅਸੀਂ ਪ੍ਰੂਫ ਹੈ ਸਾਡੇ ਕੋਲ। ਉਹ ਉਦਾਂ ਗੱਲਾਂ ਮਾਰਨ ਦੀ ਕੋਈ ਇਹਦਾ ਵਜ੍ਹਾ ਨਹੀਂ ਬਣਦੀ ਜੀ। ਉਦਾਂ ਜਿਵੇਂ ਮਰਜ਼ੀ ਮਾਰੀ ਜਾਵੇ ਗੱਲਾਂ ਜੀ। ਇਹਦਾ ਕਿ ਉਹ ਸਾਨੂੰ ਜਿਹੜਾ ਅਸੀਂ ਜਿਹੜੀ ਸਾਡੀ ਗੱਲ ਇਹ ਕਰਦੇ ਆ ਨਾ, ਉਹ ਗੱਲਾਂ ਸਰ ਤੁਸੀਂ ਇਹ ਦੱਸੋ, ਆਪਾਂ ਸਾਰੇ ਧੀਆਂ ਭੈਣ ਵਾਲੇ ਆ, ਕਿੰਨੀ ਜਗ੍ਹਾ ਰਿਸ਼ਤੇ ਦੇਖਦੇ ਆ ਤੁਸੀਂ? ਕਿੰਨੀ ਜਗ੍ਹਾ ਸਾਰੇ ਰਿਸ਼ਤੇ ਦੇਖਦੇ ਆ ਆਪਾਂ। ਰਿਸ਼ਤਾ ਦੇਖਣਾ ਵੱਖਰੀ ਗੱਲ ਹੈ ਔਰ ਰਿਸ਼ਤਾ ਤੈਅ ਕਰਨਾ ਵੱਖਰੀ ਗੱਲ ਹੈ। ਤੁਸੀਂ ਕਹਿੰਦੇ ਕਿ ਠਾਕਾ ਜੇ ਹੋ ਜਾਂਦਾ ਤਾਂ ਆਪਾਂ ਕਹਿੰਦੇ ਹੋਇਆ ਉੱਥੇ ਹੀ ਹੋਣਾ ਜੀ। ਸਾਡਾ ਇਹਨਾਂ ਨਾਲ ਤੈਅ ਹੋ ਗਿਆ ਕਿਵੇਂ ਨਾ ਕਿਵੇਂ ਕਰਕੇ, ਕਿਉਂਕਿ ਅਸੀਂ ਪਹਿਲਾਂ ਬੇਟੀ ਨੂੰ ਆਪਣੇ ਪੱਧਰ ਤੇ ਭੇਜਣਾ ਸੀਗਾ। ਸਾਡਾ 10 ਜਨਵਰੀ ਨੂੰ ਸਾਡਾ ਲੈਟਰ ਆਇਆ ਸੀ, ਆਫਰ ਲੈਟਰ ਅਪਲਾਈ ਕੀਤਾ ਸੀ ਸੌਰੀ। ਤੇ ਅਸੀਂ ਸਰ ਆਪਣੇ ਪੱਧਰ ਤੇ ਭੇਜਣ ਦੀ ਪੂਰੀ ਪਲੈਨਿੰਗ, ਤੇ ਇਹਨਾਂ ਨੇ ਵਿੱਚ ਸਾਡੇ ਐਂਟਰੀ ਕਰੀ ਜ਼ਬਰਦਸਤੀ ਸਾਡੇ ਨਾਲ। ਉਹ ਬਕਾਇਦਾ ਰਿਕਾਰਡਿੰਗਾਂ ਪਈਆਂ, ਮੈਨੂੰ ਜ਼ਬਰਦਸਤੀ ਮਜਬੂਰ ਕਰਕੇ ਵੀ ਕਿਵੇਂ ਨੇ ਰਿਸ਼ਤਾ ਲਿੱਤਾ, ਕਿਵੇਂ ਘੁਮਾ ਫਰਾ ਕੇ ਗੱਲਾਂ ਕਰਕੇ। ਤੇ ਉਹ ਸਾਰਾ ਗੱਲ ਜਿਵੇਂ ਕਹਿੰਦਾ ਵੀ ਮੈਂ ਸਾਰੇ ਪੈਸੇ ਕਰਤੇ ਸਰ। ਏਦਾਂ ਤਾਂ ਹੁਣ ਆਪਾਂ ਵੀ ਦੁਨੀਆਦਾਰੀ ਵਾਲੇ ਆ। ਬਿੰਦੂ ਜੀ, ਜੇ ਤੁਸੀਂ ਕੁੜੀ ਨੂੰ ਭੇਜਣਾ ਚਾਹੁੰਦੇ ਸੀ ਕਿ ਤੁਹਾਨੂੰ ਵਿਆਹ ਕਰਨ ਦੀ ਲੋੜ ਨਹੀਂ ਸੀ, ਤੁਸੀਂ ਫਿਰ ਆਪਣੇ ਆਪ ਫੀਸ ਭਰਦੇ, ਫਿਰ ਤੁਹਾਨੂੰ ਪੈਸੇ ਕਿੰਨੇ ਚਾਹੀਦੇ ਸੀ ਜਿਸ ਕਰਕੇ ਤੁਹਾਨੂੰ ਇਹ ਦੇਖਿਆ ਜਾਵੇ ਕਿ ਸਾਰਾ ਸਿਆਪਾ ਜਿਹੜਾ ਗੱਲ ਪਾਉਣਾ ਪਿਆ ਆਪਣੇ? ਸਰ ਬਕਾਇਦਾ ਉਹ ਅਸੀਂ ਕੋਰਟ ਮੈਟਰ ਦਾ ਜਿਹੜਾ ਉਹਦੇ ਵਿੱਚ ਅਸੀਂ ਬਕਾਇਦਾ ਉਹ ਲਾਵਾਂਗੇ ਪ੍ਰੂਫ, ਜਿਵੇਂ ਕਹਿੰਦੇ ਆ ਪ੍ਰੂਫ ਸਾਡੇ ਕੋਲ ਹੈਗੇ ਆ ਪ੍ਰੂਫ। ਉਹ ਤਾਂ ਦੇਖੋ ਅਸਲ 'ਚ ਸਰ ਉਹ ਕੋਰਟ ਨੇ ਤੈਅ ਕਰਨਾ ਜੀ। ਅਸੀਂ ਤਾਂ ਹੁਣ ਆਪਣੇ ਵੱਲੋਂ ਲਾਣਾ, ਨਾ ਕੋਰਟ ਸਾਡਾ ਹੈ ਨਾ ਇਹਨਾਂ ਦਾ ਹੈ। ਬਿੰਦੂ ਜੀ, ਤੁਸੀਂ ਹਰ ਗੱਲ ਕੋਰਟ ਦੀ ਗੱਲ ਕਰ ਰਹੇ ਹੋ, ਅਸੀਂ ਅਦਾਲਤ ਦਾ ਸਤਿਕਾਰ ਕਰਦੇ ਹਾਂ, ਪਰ ਸਵਾਲ ਇਹ ਪੈਦਾ ਹੁੰਦਾ ਸਾਡਾ ਇਸ਼ੂ ਲਿਆਉਣ ਦਾ ਮਕਸਦ ਕੈਨੇਡਾ ਵਿੱਚ ਬੈਠੇ ਦੇ ਹੀ ਆ ਕਿ ਕੈਨੇਡਾ ਦੇ ਵਿੱਚ ਪ੍ਰਵੇਸ਼ ਕਰਨ ਵੇਲੇ ਲੋਕ ਜਿਹੜੀ ਆ ਫਰਾਡ ਕਰਨ ਇਮੀਗ੍ਰੇਸ਼ਨ ਦੇ ਨਾਲ ਇਮੀਗ੍ਰੇਸ਼ਨ ਠੱਗੀਆਂ ਮਾਰ ਰਹੇ ਨੇ। ਔਰ ਤੁਸੀਂ ਨਹੀਂ, ਕੁਝ ਲੋਕ ਇੱਥੇ ਸ਼ੋਅ ਕਰਾਉਂਦੇ ਨੇ, ਉਹ ਆਰਟਿਸਟਾਂ ਨੂੰ ਪਿੱਛੇ ਜੇ ਪੈਸੇ ਦੇ ਕੇ ਮੰਗਾਉਣਾ ਚਾਹੁੰਦੇ ਸੀ, ਉਹਨਾਂ ਨੂੰ ਵੀਜ਼ਾ ਲੱਗਾ, ਉਹ ਵੀ ਸਾਡੇ ਪਾਸ ਆਰਟਿਸਟ ਪਹੁੰਚ ਗਏ ਨੇ, ਉਹਨਾਂ ਨੂੰ ਅਸੀਂ ਲਾਈਨ ਤੇ ਲਿਆ ਰਹੇ ਹਾਂ। ਸੋ ਤੁਹਾਡੀ ਸਟੋਰੀ ਅਸੀਂ ਹਰ ਸਟੋਰੀ ਕਵਰ ਕਰ ਰਹੇ ਹਾਂ। ਅਸੀਂ ਰੋਕਣਾ ਚਾਹੁੰਦੇ ਕਿ ਇਮੀਗ੍ਰੇਸ਼ਨ ਦੇ ਨਾਂ ਤੇ ਜਿਹੜਾ ਫਰਾਡ ਲੋਕ ਕਰ ਰਹੇ ਨੇ ਉਹਨਾਂ ਦਾ ਸ਼ਿਕੰਜਾ ਕੱਸਣਾ। ਕੀ ਗੱਲ ਜੀ ਬਸ ਸਰ, ਅਦਰਵਾਈਜ਼ ਸਾਡੇ ਮਨ 'ਚ ਇਦਾਂ ਦੀ ਗੱਲ ਹੁੰਦੀ
ਸਾਨੂੰ ਜਿਹੜਾ ਇਹਨਾਂ ਦਾ ਇਮੀਗ੍ਰੇਸ਼ਨ ਵਾਲਾ ਏਜੰਟ ਜਿਹਦੇ ਨਾਲ ਇਹਨਾਂ ਦੀ ਸੈਟਿੰਗ ਆ ਪੂਰੀ, ਉਹਨੇ ਸਾਨੂੰ ਜ਼ੋਰ ਲਾਇਆ ਵੀ ਤੁਸੀਂ 2 ਦਿਨ ਹੋਰ ਅਟਕ ਜਾਂਦੇ, ਫਾਈਲ ਭੇਜ ਦਿੰਦੇ, ਮੁੰਡਾ ਜਾਂਦਾ ਤੇ ਨਾ ਬਾਹਰ ਜਾਂਦਾ। ਅਸੀਂ ਸਰ ਦੇਖੋ ਜੇ ਕੁੜੀ ਬਾਹਰ ਜਾਂਦੀ ਫਿਰ ਅਸੀਂ ਤੁਸੀਂ ਸਾਨੂੰ ਫਿਰ ਵੀ ਫਰਾਡ ਕਹਿੰਦੇ। ਅਸਲ 'ਚ ਸਰ ਜੇ ਪੜ੍ਹ ਲਿਖ ਜਾਣਾ, ਬੇਟੀ ਮੇਰੀ ਪੜ੍ਹ ਲਿਖ ਗਈ ਤੇ ਇਹਨੇ ਪਹੁੰਚ ਕਰੀ, ਬੇਟੀ ਦਾ ਕਸੂਰ ਥੋੜੀ ਹੈ ਸਰ ਉਹਦੇ। ਬਿਲਕੁਲ ਠੀਕ ਹੈ। ਬਿੰਦੂ ਬਾਲੀ ਜੀ, ਇੱਕ ਮੈਨੂੰ ਚੀਜ਼ ਸਮਝ ਨਹੀਂ ਆਉਂਦੀ ਕਿ ਤੁਹਾਡੀ ਫਾਈਲ ਲੱਗ ਗਈ ਔਰ BA ਲੱਗਣ ਵਾਲਾ ਸੀਗਾ ਤੇ ਕੰਪਲੇਂਟ ਇਹਨਾਂ ਨੇ ਕਾਹਤੋਂ ਕੀਤੀ, ਕਿਸ ਰੀਜ਼ਨ ਕਰਕੇ ਕੰਪਲੇਂਟ ਕੀਤੀ ਹੈ? ਬਲਵਿੰਦਰ ਜੀ ਤੁਸੀਂ ਦੱਸੋ ਕਿ ਸ਼ਾਦੀ ਹੋ ਗਈ ਹੈ, ਤੁਹਾਡੇ ਬੱਚੇ ਨੇ ਬਾਹਰ ਆ ਜਾਣਾ ਸੀਗਾ, ਕੁੜੀ ਨੇ ਚੱਲ ਜਾਣਾ ਸੀਗਾ, ਤੁਸੀਂ ਕੰਪਲੇਂਟ ਕਿਸ ਚੀਜ਼ ਦੀ ਕੀਤੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ? ਸਰ ਅਸੀਂ ਨਹੀਂ ਕੰਪਲੀਟ ਕਰੀ, 25ਵੇਂ ਦਿਨ ਇਮੀਗ੍ਰੇਸ਼ਨ ਵਾਲੇ ਕੋਲ ਚਲੇ ਗਏ ਸਰ, ਹਰਸੁਖ ਇਮੀਗ੍ਰੇਸ਼ਨ ਮਹਾਲੀ ਆ। ਹਾਂ ਅਸੀਂ ਨਹੀਂ ਏਜੰਟ ਕੋਲ ਗਏ ਸਰ, ਇਹ ਸਾਨੂੰ ਏਜੰਟ ਕੋਲ ਲੈ ਕੇ ਗਏ ਨੇ। ਪਹਿਲੀ ਵਾਰੀ ਇਸ ਏਜੰਟ ਨੂੰ ਜਾਣਦੇ ਵੀ ਹੈ ਨਹੀਂ ਸੀ। ਓਕੇ, ਕੀ ਕੀਤਾ ਏਜੰਟ ਬਿੰਦੂ ਕੋਲ ਜਾ ਵਾਲੀਆ ਕੇ? ਜੀ ਏਜੰਟ ਕੋਲ ਲੈ ਕੇ ਗਏ ਸਰ, ਫਾਈਲ ਦਾ ਪਤਾ ਕਰਿਆ ਗਿਆ ਤੇ ਫੀਸਾਂ ਦਾ ਪਤਾ ਕਰਿਆ ਗਿਆ। ਫੀਸ ਤੋਂ ਮੇਰੇ ਤੋਂ 4.5 ਲੱਖ ਉਹਨੇ ਭਾਈ ਦੇ ਅਕਾਊਂਟ 'ਚ ਪਵਾ ਲਏ ਨੇ। ਸਰ ਮੈਂ 6,10,000 ਮੇਰੇ ਤੋਂ ਪੈਸੇ ਲੈ ਲਿਆ। ਦਸੰਬਰ ਦਾ ਚੱਲਦਾ ਸੀ ਸਰ, ਮੇਰਾ ਦਸੰਬਰ ਦਾ ਆਲਰੇਡੀ ਚੱਲਦਾ ਸੀ। ਮੈਂ ਲੈ ਕੇ ਇਹਨਾਂ ਨੂੰ ਮੈਂ ਬੋਲ ਸਕਦਾ ਹਾਂ, ਮੇਰਾ ਦਸੰਬਰ ਚੱਲਦਾ ਸੀ। ਬਲਵਿੰਦਰ ਤੁਸੀਂ ਬੋਲਣ ਤੋਂ ਬਗੈਰ ਬੋਲੀ ਜਾਂਦੇ ਹੋ। ਹਾਂਜੀ ਸਰ, ਤੁਸੀਂ ਬੋਲਣ ਤੋਂ ਬਗੈਰ ਬੋਲੀ ਜਾਂਦੇ ਹੋ। ਮੈਨੂੰ ਪੁੱਛਦੇ ਮੈਂ ਬੋਲ ਲਵਾਂ, ਤੁਸੀਂ ਮੈਨੂੰ ਪੁੱਛਦੇ ਨਹੀਂਗੇ। ਤੁਸੀਂ ਤਾਂ ਆਪਣੇ ਘੋੜੇ ਕੋਲ ਦੜਾਈ ਜਾਂਦੇ ਹੋ। ਦੱਸੋ ਬਲਵਿੰਦਰ ਜੀ। ਬਲਵਿੰਦਰ ਜੀ, ਕਰਨਜੋਤ ਤੁਹਾਡੇ ਕੋਲ ਹੈ? ਲੜਕਾ ਤੁਹਾਡਾ ਕਿੱਥੇ ਹੈ? ਨਹਾਉਣ ਗਿਆ ਹੈ, ਨਹਾਉਣ ਗਿਆ ਜੀ? ਬੁਲਾ ਦੇ ਸਰ 2 ਮਿੰਟ 'ਚ। ਹਾਂਜੀ ਉਹਨੇ ਕੰਮ ਤੋਂ ਆਇਆ ਸੀਗਾ। ਜਲਦੀ ਬੁਲਾਓ, ਅਸੀਂ ਪਬਲਿਕ ਅਪੀਲ ਲੈਣੀ ਚਾਹਾਂਗੇ ਕਿ ਚੱਕਰ ਕੀ ਹੈ ਇਹ। ਅੱਛਾ ਦੱਸੋ, ਆਪਣੇ ਬੀਨੂ ਦੂਸਰੇ ਬੀਨੂ ਜੀ ਕਹਤਾ ਕਿਉਂਕਿ ਬੀਨੂ ਢਿੱਲੋਂ ਇੱਥੇ ਆਏ ਹੋਏ ਨੇ ਨਾ, ਉਹਨਾਂ ਨੇ ਜ਼ਬਾਨ ਤੇ ਆ ਗਿਆ, ਕੁਦਰਤੀ ਸੁਭਾਵ ਕਰਕੇ ਸ਼ਨੀਵਾਰ ਨੂੰ ਡਰਾਮਾ ਹੋ ਰਿਹਾ। ਅੱਛਾ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ ਬਿੰਦੂ ਜੀ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਇਹ ਕੰਪਲੇਂਟ ਕਾਹਦੀ ਲਿਖ ਕੇ ਭੇਜੀ ਗਈ ਆ ਇਸ ਸਹੁਰੇ ਪਰਿਵਾਰ ਵੱਲੋਂ, ਲੜਕੇ ਵਾਲੇ ਵੱਲੋਂ? ਕੀ ਕੰਪਲੇਂਟ ਕੀ ਸੀ ਜਿਸ ਕਰਕੇ ਰਿਫਿਊਜ ਹੋਇਆ ਤੁਹਾਡਾ ਇਹ ਇਮੀਗ੍ਰੇਸ਼ਨ ਦਾ ਜੋ ਵੀ ਐਪਲੀਕੇਸ਼ਨ ਸੀਗੀ? ਤਾਂ ਸਰ ਹੁਣ ਇਹੀ ਦੱਸ ਸਕਦੇ ਅਸਲ 'ਚ ਸਰ, ਐਕਚੁਅਲ ਜਦੋਂ ਕੁੜੀ ਜਿਹੜਾ ਸਾਡਾ ਇਸ ਗੱਲ ਦਾ ਵਿਵਾਦ ਖੜਾ ਹੋਇਆ, ਉਹ ਸਰ 60 ਲੱਖ ਦੇ ਐਗਰੀਮੈਂਟ ਤੇ ਕਹਿੰਦੇ ਵੀ ਉਹਨੂੰ ਸਾਈਨ ਕਰੇ ਤੋਂ ਬਿਨਾਂ ਕੁੜੀ ਨੂੰ ਤੁਸੀਂ ਦੇਖ ਤੱਕ ਨਹੀਂ। ਆਈ ਸੀ ਐਗਰੀਮੈਂਟ ਹੈ ਇਹ, ਕਹਿੰਦੇ ਸਾਨੂੰ ਸ਼ੱਕ ਹੈ ਕੁੜੀਆਂ ਮੁੰਡੇ ਜਾ ਕੇ ਮੁੱਕ ਜਾਂਦੇ ਜਿਸ ਕਰਕੇ ਅਸੀਂ ਲਿਖ ਲਿਖਾਈਏ ਕਰਨਾ, ਇਹ ਤੁਹਾਡਾ ਰੌਲਾ ਪੈ ਗਿਆ। ਹਾਂਜੀ, ਉਸ ਤੋਂ ਬਾਅਦ ਜਦੋਂ ਇਹਨਾਂ ਨੇ ਫੋਨ ਵਗੈਰਾ ਖੋਲੇ, ਕੁੜੀ ਤੇ ਫੋਨ ਖੋਲਿਆ ਕੁੜੀ ਦੀ, ਉਹ ਸਰ ਸਾਡੇ ਕੋਲ ਮੇਰੇ ਕੋਲ ਹੈਗਾ, ਜਦੋਂ ਉਹਨੇ ਕੁੜੀ ਨੇ ਆਪਣੀ ਸੱਸ ਤੇ ਫੋਨ ਤੋਂ ਕੀਤਾ ਉਹ ਸਾਰਾ। ਫਿਰ ਉਸ ਤੋਂ ਬਾਅਦ ਸਰ ਅਸੀਂ ਰੂਹ ਪੁਲਿਸ ਲੈ ਕੇ ਆਏ ਹਾਂ। ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸਮਰਾਲੇ, ਉਹ ਮੇਰੇ ਨਾਲ ਗਏ। ASI ਸਾਹਿਬ ਸੀਗੇ 2 ਤੇ ਇੱਕ ਲੇਡੀ ਸੀਗੀ ਕਾਂਸਟੇਬਲ। ਤੇ ਸਰ ਉਦੋਂ ਇਹਨਾਂ ਦਾ ਬੇਟਾ ਸਾਨੂੰ ਮਾਰਨ ਤੱਕ ਆਉਂਦਾ ਸੀ। ਉਹ ਸਾਡੇ ਕੋਲ ਵੀਡੀਓ ਨੇ ਪਈਆਂ ਬਸ। ਨਹੀਂ ਜੇ ਪੁਲਿਸ ਤੁਹਾਡੇ ਕੋਲ ਸੀਗੀ ਤਾਂ ਪੁਲਿਸ ਨੂੰ ਅਰੈਸਟ ਕਰ ਲੈਣਾ ਸੀਗਾ, ਤੁਹਾਨੂੰ ਥ੍ਰੈਟ ਕਰਦਾ ਸੀ ਤਾਂ? ਨਹੀਂ ਕਰਿਆ ਨਹੀਂ ਜੀ, ਕਰਿਆ ਨਹੀਂ, ਪੁਲਿਸ ਨੇ ਕੁਝ ਵੀ ਨਹੀਂ ਕਰਿਆ। ਇਹਨਾਂ ਨੇ ਕਿੱਦਾਂ ਕਰਿਆ? ਸਾਡੇ ਨਾਲ ਕੁੜੀ ਜ਼ਰੂਰ ਭੇਜਤੀ, ਇੰਨਾ ਕੁ ਜ਼ਰੂਰ ਅਸੀਂ ਧੰਨਵਾਦੀਆਂ ਵੀ ਅਸੀਂ ਕੁੜੀ ਸਾਡੇ ਕੋਲ ਜਿੰਦੀ ਆ ਗਈ, ਬਚ ਕੇ ਆ ਗਈ, ਇੰਨਾ ਸੀ। ਨਹੀਂ ਜਦੋਂ ਬੰਦਾ ਪੁਲਿਸ ਲੈ ਕੇ ਜਾਂਦਾ, ਪੁਲਿਸ ਦੀ ਹਿਫਾਜ਼ਤ ਵਿੱਚ ਹੁੰਦਾ, ਤਾਂ ਜਿਹੜਾ ਮੁੰਡਾ ਹੈ ਉਹ ਕਿਵੇਂ ਕਿਸ ਤਰ੍ਹਾਂ ਤੁਹਾਡੇ ਤੇ ਧਾਵਾ ਬੋਲ ਸਕਦਾ? ਮੈਂ ਕਿਵੇਂ ਯਕੀਨ ਕਰਾਂ? ਇਦਾਂ ਹੀ ਹੋਇਆ ਜੀ, ਸੇਮ ਸਾਰਾ ਇਦਾਂ ਹੀ ਉਹ ਪੁਲਿਸ ਵਾਲੇ ਸਾਹਮਣੇ ਹੋਇਆ ਜੀ। ਜੇ ਪੁਲਿਸ ਨੂੰ ਪੁੱਛਾਂ ਤਾਂ ਫਿਰ ਤੁਸੀਂ ਜੇ ਉਹਨਾਂ ਨੇ ਕਹਿਤਾ ਨਾ ਤਾਂ ਫਿਰ ਤੁਸੀਂ ਉਸ ਦਾ ਜਵਾਬ ਦੇਣ ਨੂੰ ਤਿਆਰ ਹੋ? ਹਾਂਜੀ, ਮੈਂ ਪੁਲਿਸ ਅਫਸਰ ਨੂੰ ਲਾਈਨ ਤੇ ਲਿਆ ਸਕਦਾ? ਨਹੀਂ ਸਰ, ਮੇਰੇ ਕੋਲ ਵੀਡੀਓ ਪ੍ਰੂਫ ਨੇ ਪਏ, ਮੈਂ ਕੋਰਟ 'ਚ ਪੇਸ਼ ਕਰਨੇ ਆ। ਨਹੀਂ ਤੁਸੀਂ ਤੁਹਾਡੇ ਕੋਲ ਪ੍ਰੂਫ ਹੈ ਜਾਂ ਨਹੀਂ ਪ੍ਰੂਫ, ਮੈਂ ਉਹਨਾਂ ਪੁਲਿਸ ਅਫਸਰਾਂ ਨੂੰ ਲਾਈਨ ਤੇ ਅਰੇਂਜ ਕਰ ਸਕਦਾ ਐਨੀ ਮੂਵਮੈਂਟ। ਅਗਰ ਜੇ ਉਹਨਾਂ ਨੇ ਨਾ ਇਹ ਗੱਲ ਕਹਿਤੀ ਮੁਨਕਰ ਹੋ ਗਈ ਪੁਲਿਸ, ਤਾਂ ਤੁਸੀਂ ਜ਼ਿੰਮੇਵਾਰ ਹੋ ਇਸ ਗਲਤ ਸਟੇਟਮੈਂਟ ਦੇ। ਨਹੀਂ ਸਰ, ਮੇਰੇ ਕੋਲ ਵੀਡੀਓ ਪਈਆਂ। I don't care video, I'm talking about ਜੇ ਪੁਲਿਸ ਅਫਸਰ ਨੇ ਕਹਿਤਾ, ਮੌਜੂਦਾ ਜਿਹੜੇ ਪੁਲਿਸ ਵਾਲੇ ਤੁਹਾਡੇ ਨਾਲ ਗਏ ਨੇ, ਜੇ ਪੁਲਿਸ ਅਫਸਰ ਨੇ ਕਹਿਤਾ ਇਹ ਸਭ ਝੂਠ ਹੈ, ਤਾਂ ਫਿਰ ਤੁਸੀਂ ਜ਼ਿੰਮੇਵਾਰ ਹੋ ਇਸ ਚੀਜ਼ ਦੇ? ਨਹੀਂ ਸਰ, ਜ਼ਿੰਮੇਵਾਰ ਹੈਗੇ ਹੀ ਅਸੀਂ ਸਾਨੂੰ ਕਿਹਾ, ਅਸੀਂ ਤਾਂ ਹੀ ਕਹਿੰਦੇ ਜੀ। ਮਤਲਬ ਜੇ ਪੁਲਿਸ ਨੇ ਨਾ ਕਰਤੀ ਫਿਰ? ਨਹੀਂ ਸਰ, ਨਾ ਦੱਸੋ, ਸਾਡੇ ਸਾਹਮਣੇ ਗੱਲ ਹੋਈ ਹੈ, ਸਾਡੇ ਨਾਲ ਗੱਲ ਬੀਤੀ ਹੈ, ਸਾਡੇ ਨਾਲ ਬੀਤੀ ਹੈ ਸਰ ਇਹ ਗੱਲ। ਆਈ ਸੀ। ਬਿੰਦੂ ਜੀ, ਤੁਹਾਡੇ ਮੁਤਾਬਕ ਇਹਨਾਂ ਦਾ ਕਿੰਨਾ ਖਰਚਾ ਆਇਆ ਲੜਕੀ ਭੇਜਣ ਤੇ ਜਿਹੜੀ ਭੇਜਣੀ ਸੀ? ਕੋਈ ਫਿਗਰ ਹੈ ਆਪ ਜੀ ਦੇ ਕੋਲ ਸਰ? ਹਾਂਜੀ, ਤੁਹਾਨੂੰ ਇਹਨਾਂ ਨੇ ਤੁਹਾਡੇ ਭਰਾ ਦੇ ਨਾਂ ਤੇ ਤੁਸੀਂ ਪੈਸੇ ਮੰਗਾਏ ਕਿੰਨੇ ਲੱਖ ਰੁਪਏ, ਉਹ ਕਿਉਂ ਮੰਗਾਏ? ਸਰ ਮੈਂ ਕੱਲ ਵੀ ਬੇਨਤੀ ਕੀਤੀ ਸੀ ਪਰਸੋਂ, ਤੇ ਉਹ ਅਸੀਂ ਹੱਥ ਅਧਾਰੇ ਲਿੱਤੇ ਸੀ। ਮੇਰੇ ਸਹੁਰਾ ਸਾਹਿਬ ਨੇ ਕੋਠੀ ਵੇਚੀ, ਅਸੀਂ ਪੈਸੇ ਇਹਨਾਂ ਨੂੰ ਵਾਪਸ ਕਰਤੇ, ਉਹ ਮੇਰੇ ਕੋਲ ਪ੍ਰੂਫ ਨੇ ਸਾਰੇ। ਮਤਲਬ ਇਹ ਤੁਸੀਂ ਪੈਸੇ ਮੰਗਾਏ ਆ ਵਿਆਹ ਤੋਂ ਬਾਅਦ ਜਾਂ ਵਿਆਹ ਤੋਂ ਪਹਿਲਾਂ? ਵਿਆਹ ਤੋਂ ਪਹਿਲਾਂ ਜੀ, ਵਿਆਹ ਤੋਂ ਪਹਿਲਾਂ ਹੀ ਵਾਪਸ ਕੀਤੇ, ਵਿਆਹ ਤੋਂ ਪਹਿਲਾਂ ਹੀ ਕੋਠੀ ਵੇਚੀ ਥੋੜੇ ਦਿਨ ਪਹਿਲਾਂ। ਅੱਛਾ, ਆਪਣੇ ਬਲਵਿੰਦਰ ਜੀ ਤੁਸੀਂ ਪੈਸੇ ਜਿਹੜਾ ਬਾਲੀਆ ਜੀ ਨੂੰ ਭੇਜੇ ਸੀ, ਰਕੇਸ਼ ਬਾਲੀਆ ਨੂੰ 4 ਲੱਖ, ਇਹ ਤੁਹਾਨੂੰ ਕਿਹਨ ਕਿਹਾ ਸੀ? 4.5 ਲੱਖ ਕਿਹਨੇ ਕਿਹਾ ਸੀ ਪੈਸੇ ਭੇਜਣ ਨੂੰ? ਬਿੰਦੂ ਜੀ ਨੇ? ਬਿੰਦੂ ਵਾਲੀਆ ਜੀ ਨੇ ਕਿਹਾ ਸੀ ਸਰ ਵੀ ਮੈਡਮ ਨੇ ਕਿਹਾ ਸੀ ਇਹਨਾਂ ਦੇ ਅਕਾਊਂਟ ਦੇ ਵਿੱਚ ਤੁਸੀਂ ਪੈਸੇ ਨਹੀਂ ਪਾ ਸਕਦੇ ਸਿੱਧਾ, ਕੱਲ ਨੂੰ
ਬੈਂਕ ਸਟੇਟਮੈਂਟ ਲੱਗਣੀ ਆ ਵੀ ਤੁਸੀਂ ਇਹਦੇ ਭਰਾ ਦੇ ਅਕਾਊਂਟ 'ਚ ਪਾ ਸਕਦੇ ਹੋ। 4.5 ਲੱਖ ਰੁਪਏ ਇਹਦੇ ਭਰਾ ਦੇ ਅਕਾਊਂਟ 'ਚ ਪਾਤਾ, 6,10,000 ਰੁਪਏ ਮੈਂ ਬੈਂਕ ਦੇ ਵਿੱਚ ਦਿੱਤਾ ਸਰ। ਮੇਰੇ ਕੋਲ ਪ੍ਰੂਫ ਵੀ ਨਹੀਂ, ਮੇਰੇ ਕੋਲ ਗਵਾਹ ਵੀ ਇਹਨਾਂ ਨਹੀਂ। ਨੇ ਤੁਹਾਨੂੰ ਪੈਸੇ ਵਾਪਸ ਕੀਤੇ ਆ? ਨਹੀਂ ਸਰ, 1 ਵੀ ਰੁਪਿਆ ਨਹੀਂ ਕਰਿਆ ਸਰ। 25,000 ਰੁਪਏ ਇਹਨਾਂ ਨੂੰ ਵਿੱਚ ਦਿੱਤਾ ਤਾਂ, ਅਤੇ ਮੋਦੀ ਵਾਲੇ ਜ਼ੀਰੋ ਬੈਲੈਂਸ ਵਾਲੇ ਸੀ ਸਰ। ਅੱਛਾ, ਇੱਕ ਮਿੰਟ। ਬਿੰਦੂ ਜੀ ਇਹ ਕਹਿ ਰਹੇ ਕਿ ਜਿਸ ਤਰ੍ਹਾਂ ਪੈਸਾ ਇੱਕ ਵੀ ਵਾਪਸ ਨਹੀਂ ਕੀਤਾ। ਹੈਲੋ ਬਿੰਦੂ ਜੀ ਇਹ ਕਹਿ ਰਹੇ ਨੇ ਤਾਂ ਤੁਸੀਂ ਕਹਿੰਦੇ ਕਿ ਅਸੀਂ ਵਾਪਸ ਕਰ ਦਿੱਤੇ, ਇਹ ਕਹਿੰਦੇ ਸਾਨੂੰ ਤਾਂ ਇੱਕ ਵੀ ਪੈਸਾ ਨਹੀਂ ਮਿਲਿਆ। ਸਰ ਮੈਂ ਪ੍ਰੂਫ ਦਵਾਂਗਾ, ਮੈਂ ਕਹਿ ਤਾਂ ਰਿਹਾ ਜੀ ਸਰ, ਮੈਂ ਰਿਕੁਐਸਟ ਕਰ ਰਿਹਾ ਵੀ ਮੈਂ proof ਤੁਸੀਂ ਹਰ ਗੱਲ ਦੇ ਪ੍ਰੂਫ ਕਹਿ ਰਹੇ ਹੋ, ਪ੍ਰੋਸੀਡ ਕਰੋਗੇ, ਪਰ ਇਹ ਤਾਂ ਤੁਸੀਂ ਦੱਸ ਸਕਦੇ ਹੋ ਮੀਡੀਆ ਨੂੰ ਕਿ ਸਰ, ਅਸੀਂ ਦੇਖੋ ਹੁਣ ਤੁਸੀਂ ਏਦਾਂ ਜਵਾਨੀ ਕਲਾਮੀ ਤਾਂ ਹੁਣ ਕੋਈ ਗੱਲ। ਐਨੀਵੇ ਤੁਸੀਂ ਲਾਈਨ ਨੂੰ ਹੋਲਡ ਰੱਖੋ ਔਰ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਕੁਝ ਗੜਬੜ ਹੋ ਰਹੀ ਹੈ, ਮੈਂ ਪਬਲਿਕ ਅਪੀਲ ਲੈਣੀ ਚਾਹਾਂਗਾ। ਬਿੰਦੂ ਜੀ ਤੁਸੀਂ ਵੀ ਸਾਡੇ ਸਤਿਕਾਰਯੋਗ ਹੋ, ਤੇ ਦੂਜੇ ਪਾਸੇ ਜਿਹੜੇ ਵਿਕਟਮ ਨੇ ਬਲਵਿੰਦਰ ਸਿੰਘ ਉਹ ਵੀ ਆਪਣਾ ਇਨਸਾਫ ਮੰਗਦੇ ਨੇ, ਤੇ ਤੁਹਾਡੀ ਧੀ ਜਿਹੜੀ ਆ ਉਹ ਘਰ ਬੈਠੀ ਆ ਤੇ ਤੁਸੀਂ ਵੀ ਇਨਸਾਫ ਚਾਹੁੰਦੇ ਹੋ। ਤੁਸੀਂ ਹੋਲਡ ਰੱਖੋ, ਅਸੀਂ ਪਬਲਿਕ ਅਪੀਲ ਲੈਣੀ ਚਾਹਾਂਗੇ ਪਬਲਿਕ ਤੋਂ। ਸੋ ਇਹ ਹੈ ਬੱਸ ਸ਼ੋ ਔਰ ਆਪਣੇ ਸੋਤ ਦੱਸੀਏ ਤੁਸੀਂ ਘਰ ਵੇਚਣਾ ਜਾਂ ਖਰੀਦਣਾ ਤਾਂ ਅਮਰਜੀਤ ਸ਼ਾਹੀ ਦਾ ਨੰਬਰ ਨੋਟ ਕਰ ਲਓ। ਨੰਬਰ ਹੈ ਉਹਨਾਂ ਦਾ ਅਮਰਜੀਤ ਸ਼ਾਹੀ ਦਾ 416 672 7272। ਆਓ ਪਬਲਿਕ ਪੀਣੇ ਵਿੱਚ ਤੁਸੀਂ ਦੋ ਪਾਰਟੀਆਂ ਸਾਡੀ ਲਾਈਨ 'ਚ ਨੇ, ਇੱਕ ਲੜਕੀ ਦੇ ਪਿਤਾ ਜੀ ਨੇ ਬਿੰਦੂ ਬਾਲੀਆ ਜੀ ਔਰ ਦੂਸਰੇ ਪਾਸੇ ਲੜਕੇ ਦੇ ਪਿਤਾ ਨੇ, ਔਰ ਲੜਕੇ ਦਾ ਨਾਮ ਹੈ ਕਰਨਜੋਤ, ਲੜਕੀ ਦਾ ਨਾਮ ਸ਼ਹਿਨਾਜ਼ ਬਾਲੀਆ, ਜਿਨ੍ਹਾਂ ਦੀ ਸ਼ਾਦੀ ਹੋਈ ਤੇ 26 ਦਿਨ ਹੀ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਰਹਿੰਦੀ ਹੈ। ਔਰ ਲੜਾਈ ਝਗੜਾ ਹੋਣ ਦਾ ਕਾਰਨ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਲੜਕੀ ਨੇ ਲੈ ਕੇ ਆਉਣਾ ਸੀ ਸਟੱਡੀ ਵੀਜ਼ੇ 'ਤੇ, ਅਤੇ ਇਹਨਾਂ ਨੇ ਇੱਕ ਐਗਰੀਮੈਂਟ ਮੰਗਿਆ ਸਹੁਰੇ ਪਰਿਵਾਰ ਨੇ, ਔਰ ਐਗਰੀਮੈਂਟ ਤੇ ਸਾਈਨ ਕਰਨ ਤੋਂ ਨਾ ਕਰ ਦਿੱਤੀ, ਔਰ ਜਿਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ। ਇਸ ਰੌਲੇ ਦੇ ਵਿੱਚ ਬਹੁਤ ਸਾਰੇ ਐਲੀਗੇਸ਼ਨ ਲਗਾਏ ਗਏ ਨੇ। ਲੜਕੀ ਦੇ ਪਿਤਾ ਕਹਿੰਦੇ ਨੇ ਕਿ ਲੜਕਾ ਜਿਹੜਾ ਆ ਉਹ ਅਸੀਂ ਪਰੇਸ਼ਾਨ ਇਸ ਗੱਲ ਤੋਂ ਹੋਏ ਆ ਕਿ ਉਹ ਨਮਰਦ ਹੈ, ਨਪੁੰਸਕ ਹੈ, ਔਰ ਦੂਜੇ ਪਾਸੇ ਪਿਤਾ ਕਹਿੰਦਾ ਕਿ ਨੋ। ਲੜਕੇ ਨੂੰ ਪੁੱਛਿਆ ਗਿਆ, ਲੜਕਾ ਕਹਿੰਦਾ ਕਿ ਮੈਂ ਤਾਂ ਰੋਜ਼ਾਨਾ ਹੀ ਪਹਿਲੇ ਦਿਨ ਹੀ ਆਪਣੀ ਜ਼ਿੰਦਗੀ ਸ਼ੁਰੂ ਕਰਤੀ, ਜਾਣੀ ਕਿ ਸਰੀਰਕ ਸੰਬੰਧ ਸਾਡੇ ਵਿਆਹ ਵਾਲੇ ਦਿਨ ਹੀ ਬਣ ਗਏ, ਪਰ ਆਈ ਡੋਂਟ ਨੋ ਵਾਟਸ ਗੋਇੰਗ ਔਨ। ਸੋ ਇਹਦੇ ਬਾਰੇ ਵਿੱਚ ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ। ਜਿਹੜੇ ਲੋਕ ਦੇਖ ਰਹੇ ਨੇ, ਸੁਣ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਲੜਕੀ ਦੇ ਪਿਤਾ ਜੀ ਬੜੇ ਵੈਲ ਨੋਨ ਨੇ ਅਤੇ ਇਹ ਇੱਕ ਐਸੀ ਪਰਸਨੈਲਿਟੀ ਹੈ ਅਤੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਜਾ ਕੇ ਭੇਟਾ ਸਰਵਣ ਕਰਾਉਂਦੇ ਨੇ ਸੰਗਤਾਂ ਨੂੰ, ਅਤੇ ਉਸ ਤੋਂ ਇਲਾਵਾ ਬਲਵਿੰਦਰ ਜੀ ਜਿਹੜੇ ਨੇ ਲੁਧਿਆਣੇ ਨਾਲ ਸੰਬੰਧਿਤ ਨੇ, ਇਹ ਰੋਪੜ ਨਾਲ ਸੰਬੰਧਿਤ ਨੇ। ਸੋ ਅਸੀਂ ਪਬਲਿਕ ਓਪੀਨੀਅਨ ਵਿੱਚ ਇਹ ਜਾਣਨਾ ਚਾਹੁੰਦੇ ਹਾਂ, ਤੁਹਾਡੇ ਮੁਤਾਬਕ ਲੜਕੇ ਵਾਲੇ ਸਹੀ ਨੇ ਜਾਂ ਲੜਕੀ ਵਾਲੇ ਸਹੀ ਨੇ? ਲੜਕੀ ਵਾਲੇ ਨੇ ਇਹ ਦੋਸ਼ ਲਾਇਆ ਔਰ ਲੜਕੇ ਵਾਲੇ ਨੇ ਇਹ ਦੋਸ਼ ਲਾਇਆ ਸੀ ਲੜਕੀ ਦੇ ਪਿਤਾ ਨਹੀਂ ਹੈ, ਜਿਸ ਕਰਕੇ, ਔਰ ਸਾਨੂੰ ਦੱਸਿਆ ਨਹੀਂ ਗਿਆ, ਪਹਿਲਾਂ ਮੁੰਡੇ ਨੇ ਕਿਹਾ ਕਿ ਮੈਂ 4 ਟਾਂਕੇ ਪਹਿਲੀ ਰਾਤ ਨੂੰ ਉਸ ਦੇ ਪੇਟ ਤੇ ਵੇਖੇ, ਜਦਕਿ ਇਹ ਇੱਕ ਬਹੁਤ ਵੱਡਾ ਕੋਈ ਦੋਸ਼ ਨਹੀਂ ਹੈ, ਬਹੁਤ ਵੱਡਾ ਕੋਈ ਕ੍ਰਾਈਮ। ਬਹੁਤ ਸਾਰੀਆਂ ਕਾਲਸ ਸਾਨੂੰ ਇਹ ਵੀ ਆਈਆਂ ਸੀ ਕਿ ਬਲਵਿੰਦਰ ਜੀ ਆਪਣੇ ਮੁੰਡੇ ਦੀ ਜਿਹੜੀ ਇੱਕ ਕਮਜ਼ੋਰੀ ਲੁਕਾਉਣ ਮਾਰੇ ਆਪ ਹੀ ਗੱਲ ਕਰ ਰਹੇ ਨੇ, ਕਹਿੰਦੇ ਕਿ ਮੁੰਡੇ ਨੂੰ ਨਹੀਂ ਗੱਲ ਕਰਨ ਦੇ ਰਹੇ ਤਾਂ ਜੋ ਉਹਨਾਂ ਦੇ ਜਿਹੜੇ ਸਹੁਰਾ ਸਾਹਿਬ ਨੇ ਕਰਨ ਜੋ ਕੁੜੀ ਨੇ ਤਾਂ ਗੱਲ ਕਰੀ ਵੀ ਨਹੀਂ, ਬੇਟਾ ਤਾਂ ਫਿਰ ਵੀ ਗੱਲ ਕਰ ਰਿਹਾ। ਕਿਉਂਕਿ ਧੀ ਵਾਲੇ ਤਾਂ ਧੀ ਦਾ ਤਾਂ ਕਿ ਉਹ ਕਹਿੰਦੇ ਨਾ ਕਿ ਬਾਪ ਹੀ ਗੱਲ ਕਰ ਸਕਦਾ ਨਾ, ਮੁੰਡਾ ਤਾਂ ਬੰਦਾ ਨਾ, ਬੰਦਾ ਤਾਂ ਗੱਲ ਖੁਦ ਕਰ ਸਕਦਾ। ਸਰ ਆ ਗਿਆ ਬੇਟਾ, ਆ ਗਿਆ, ਕਰਾ ਜੀ ਗੱਲ। ਸਰ ਹਾਂਜੀ ਕਰਾਓ ਜੀ ਗੱਲ। ਕਰਨ ਪਤਾ ਕਰੀ ਗੱਲ, ਸਰ ਦਾ ਫੋਨ ਆਇਆ। ਹੈਲੋ ਕਰਨਜੋਤ, ਤੁਹਾਡੇ ਤੇ ਦੋਸ਼ ਲਾ ਰਹੇ ਨੇ ਤੁਹਾਡੇ ਸਹੁਰਾ ਸਾਹਿਬ ਕਿ ਤੁਹਾਡੀ ਵਾਈਫ ਤੁਹਾਡੇ ਕੋਲ ਆਈ ਹੈ ਵਿਆਹ ਕਰਕੇ ਔਰ 26 ਦਿਨ ਰਹੀ ਹੈ ਲਗਾਤਾਰ, ਹਾਂਜੀ ਹਾਂਜੀ, ਔਰ ਕਿ ਤੁਸੀਂ ਨਪੁੰਸਕ ਹੋ, ਇਨ ਸੈਂਸ ਕਿ ਤੁਸੀਂ ਇੱਕ ਮਰਦ ਨਹੀਂ ਹੋ ਪੂਰੇ, ਤਾਂ ਜਿਸ ਕਰਕੇ ਕੁੜੀ ਜਿਸ ਤਰ੍ਹਾਂ ਭੇਜੀ ਉਹਦੇ ਵਾਪਸ ਆ ਗਈ ਹੈ, ਤੁਸੀਂ ਉਹਨਾਂ ਕੋਈ ਸਰੀਰਕ ਸੰਬੰਧ ਬਣਾ ਹੀ ਨਹੀਂ ਸਕੇ, ਤੁਹਾਡੀ ਬਾਡੀ ਤੁਹਾਨੂੰ ਅਲਾਉ ਨਹੀਂ ਕਰਦੀ ਸਰੀਰਕ ਸੰਬੰਧ ਬਣਾਉਣ ਨੂੰ, ਫਿਜ਼ੀਕਲ ਰਿਲੇਸ਼ਨ ਬਿਲਟ ਕਰਨ ਦੇ ਵਿੱਚ ਤੁਸੀਂ। ਨਹੀਂ ਏਦਾਂ ਦੀ ਕੋਈ ਗੱਲ ਨਹੀਂ ਗੀ, ਰਿਲੇਸ਼ਨ ਬਣਾਏ ਨੇ ਜੀ। ਹੈਲੋ ਹਾਂਜੀ ਹਾਂਜੀ, ਰਿਲੇਸ਼ਨ ਤੁਸੀਂ ਬਣਾਏ ਸੀਗੇ? ਹਾਂਜੀ। ਸੋ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਪੇਟ ਤੇ ਨਿਸ਼ਾਨ ਵੇਖੇ ਨੇ ਕੋਈ 4 ਟਾਂਕਿਆਂ ਦੇ, ਸਟਿਚਸ ਦੇ, ਸੋ ਉਹ ਤੁਸੀਂ ਦੋਸ਼ ਲਾ ਰਹੇ ਸੀ ਕਿ ਉਹਦੇ ਪਿਤਾ ਨਹੀਂ ਹੈ, ਸੋ ਇਹ ਕਰਕੇ ਤੁਸੀਂ ਇਹ ਰਿਸ਼ਤਾ ਤੋੜ ਦਿੱਤਾ? ਨਹੀਂ ਜੀ, ਰਿਸ਼ਤਾ ਅਸੀਂ ਇਹ ਕਰਕੇ ਨਹੀਂ ਤੋੜਿਆ ਹੈਗਾ, ਇਹਨਾਂ ਨੂੰ ਪਹਿਲਾਂ ਕਿਹਾ ਸੀਗਾ ਵੀ ਸਾਡੇ ਨਾਲ ਐਗਰੀਮੈਂਟ ਕਰੋਗੇ, ਇਹ ਕਹਿੰਦੇ ਕੋਈ ਨਹੀਂ ਕਰ ਲਾਂਗੇ, ਵੀ ਤੁਸੀਂ ਪਹਿਲਾਂ ਸਾਰੇ ਪੈਸੇ ਖਰਚ ਕਰ ਲਓ, ਵੀ ਆਪਾਂ ਫਿਰ ਐਗਰੀਮੈਂਟ ਕਰ ਲਾਂਗੇ। ਫਿਰ ਜਦੋਂ ਇਹਨਾਂ ਮੇਰੇ ਡੈਡੀ ਨੇ ਇਹਨਾਂ ਨੂੰ ਭੇਜੀ ਨਾ, ਇਧਰਲੇ ਡੈਡੀ ਨੂੰ ਬਸ ਉਹਨੇ ਭੇਜੀ ਵੀ ਆ ਲੈਣਾ ਨੇ, ਇਹ ਡੈਡ ਨੇ ਕਿਹਾ ਵੀ ਤੁਸੀਂ ਜਿਹੜੀ ਲਾਈਨ ਕਟਾਉਣੀਆਂ ਕਟਾ ਲਓ, ਜਿਹੜੀ ਲਾਈਨ ਲਿਖਾਉਣੀਆਂ ਲਿਖਾ ਲਓ। ਇਹ ਕਹਿੰਦੇ ਵੀ ਅਸੀਂ ਨਹੀਂ ਸਾਈਨ ਕਰਨੇ ਹੈਗੇ ਜੀ। ਮੇਰੇ ਸਹੁਰਾ ਸਾਹਿਬ ਕਹਿੰਦੇ ਵੀ ਅਸੀਂ ਨਹੀਂ ਸਾਈਨ ਕਰਨੇ ਹੈਗੇ ਵੀ ਐਗਰੀਮੈਂਟ ਤੇ।
ਹਾਂਜੀ ਆ ਗੱਲ ਤੇ ਬਸ ਹੋਈ ਜੀ। ਤੁਸੀਂ ਆਪਣੀ ਵਾਈਫ ਦਾ ਫੋਨ ਵੀ ਖੋਇਆ ਔਰ ਤੁਸੀਂ ਫੋਨ ਜ਼ਬਰਦਸਤੀ ਖੋਇਆ, ਕੋਈ ਕੁੱਟਮਾਰ ਕੀਤੀ ਹੈ? ਨਹੀਂ ਜੀ ਨਹੀਂ, ਮੇਰੀ ਇਹ ਆਪਣੇ ਨਾ ਲੌਬੀ 'ਚ ਬੈਠੀ ਸੀਗੀ ਸਨਾਜ ਵਾਲੀਆ, ਮੇਰੀ ਵਾਈਫ, ਤੇ ਲੌਬੀ 'ਚ ਬੈਠੀ ਸੀਗੀ। ਇਹ ਨਾ ਰਿਕਾਰਡਿੰਗ ਡਿਲੀਟ ਲੱਗੀ ਸੀ ਕਰਨ, ਮੈਂ ਗੈਸਟ ਰੂਮ 'ਚ ਨਿਕਲ ਕੇ ਲੌਬੀ 'ਚ ਆ ਗਿਆ, ਰਿਕਾਰਡਿੰਗ ਡਿਲੀਟ ਕਰਦੀ ਸੀਗੀ, ਮੈਂ ਦੇਖ ਲਈ ਬੈਠੀ। ਬਸ ਉਹ ਸ਼ਹਿਨਾਜ਼ ਗੁੱਡੀ ਦਾ ਫੋਨ ਆਇਆ, ਉਹ ਕਹਿੰਦੇ ਮੈਂ ਖੁਦ ਦੱਸਣਾ ਚਾਹੁੰਦੀ ਮੁੰਡਾ ਕੌਣ ਹੈ, ਕੀ ਹੈ। ਹਾਂਜੀ ਸ਼ਹਿਨਾਜ਼, ਵੈਲਕਮ ਬੇਟਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਹਸਬੰਡ? ਸਤਿ ਸ਼੍ਰੀ ਅਕਾਲ। ਟੈਲ ਮੀ ਟਰੂ ਕਿ ਤੁਹਾਡੀ ਸ਼ਾਦੀ ਹੋਈ 26 ਦਿਨ ਰਹੇ ਹੋ, ਤੁਹਾਡੇ ਨਾਲ ਇਹਨੇ ਪਿਆਰ ਮੁਹੱਬਤ ਕੀਤਾ ਹੈ, ਹਸਬੰਡ ਵਾਲਾ ਪਿਆਰ ਮਿਲਿਆ ਤੁਹਾਨੂੰ ਪਤੀ ਵਾਲਾ ਕਿ ਜਾਂ ਨਹੀਂ? ਟੈਲ ਮੀ ਟਰੂ। ਨਹੀਂ ਸਰ, ਐਕਚੁਅਲੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ। ਮੈਂ ਰਹਿਣ ਆਉਣਾ ਸੀ ਆਪਣੇ ਪੇਰੈਂਟਸ ਕੋਲ ਥੋੜੇ ਦਿਨ ਲਈ, ਜਿਵੇਂ ਵਿਆਹ ਤੋਂ ਬਾਅਦ ਕੁੜੀਆਂ ਆਉਂਦੀਆਂ ਹੁੰਦੀਆਂ ਨੇ। ਇਹਨਾਂ ਨੇ ਉਸੇ ਗੱਲ ਤੋਂ ਅੱਤ ਚੱਕ ਲਈ, ਕਿਉਂਕਿ ਮੈਂ ਰਹਿਣ ਆਉਣਾ ਸੀ ਤੇ ਮੈਂ ਓਬਵੀਅਸਲੀ ਆਪਣੇ ਪੇਰੈਂਟਸ ਨਾਲ ਗੱਲ ਜ਼ਰੂਰ ਕਰਨੀ ਸੀ। ਇਹ ਗੱਲ ਇਹ ਕੋਈ ਛੋਟਾ ਮੋਟਾ ਮਸਲਾ ਤਾਂ ਹੈ ਨਹੀਂ, ਇਹ ਸ਼ਾਦੀशुदा ਲਾਈਫ ਇਹਦੇ ਤੇ ਹੀ ਡਿਪੈਂਡ ਕਰਦੀ ਹੈ ਜੀ। ਤੇ ਮੈਂ ਆ ਕੇ ਗੱਲ ਕਰਨੀ ਸੀ, ਬਟ ਇਹਨਾਂ ਨੇ ਮੁੱਦਾ ਚੱਕ ਲਿਆ ਕਿ ਤੁਸੀਂ ਐਗਰੀਮੈਂਟ ਸਾਈਨ ਕਰੋ, ਇਹ ਕਰੋ, ਉਹ ਕਰੋ। ਦੈਨ ਮੈਨੂੰ ਇੱਥੇ ਆਉਣ ਨਹੀਂ ਦਿੱਤਾ ਗਿਆ। ਇਹ ਕਹਿੰਦੇ ਵੀ ਅਸੀਂ ਤੁਹਾਨੂੰ ਪਰਮਿਸ਼ਨ ਨਹੀਂ ਦੇਣੀ ਤੂੰ ਉੱਥੇ ਜਾਣ ਦੀ, ਕਿ ਜਸਟ ਤੇਰੇ ਪੇਰੈਂਟਸ ਆ ਕੇ ਸਾਈਨ ਕਰਨਗੇ ਉਸ ਐਗਰੀਮੈਂਟ ਤੇ, ਜਾਂ ਫਿਰ ਤੂੰ ਸਾਈਨ ਕਰੇਂਗੀ, then only after that they can meet you। ਓਕੇ ਠੀਕ ਹੈ, ਉਹ ਮੈਂ ਮੰਨਦਾ, ਪਰ ਉਸ ਦਿਨ ਤੁਹਾਡੇ ਤੁਸੀਂ ਟੈਲ ਮੀ ਟਰੂ ਕਿ ਤੁਹਾਡੀ ਸ਼ਾਦੀ ਹੁੰਦੀ ਆ ਜਿਸ ਦਿਨ ਨੂੰ ਤੁਸੀਂ ਸ਼ਾਦੀ ਵਾਲੇ ਦਿਨ ਆਪਣੇ ਘਰ ਜਾਂਦੇ ਹੋ, ਠੀਕ ਹੈ ਨਾ? ਹਾਂਜੀ। ਸਾਰੇ ਪਰਿਵਾਰ ਨਾਲ ਚਲ ਜਾਂਦੇ ਹੋ। ਕੀ ਤੁਹਾਡਾ ਹਸਬੰਡ ਤੇ ਤੁਸੀਂ ਦੋਨੇ ਜਾਣੇ ਇੱਕ ਰੂਮ ਦੇ ਵਿੱਚ ਆਪਣੇ ਦਿਨ ਰਾਤ ਗੁਜ਼ਾਰੀ ਆ? ਤੁਸੀਂ ਆਪਣੀ ਜ਼ਿੰਦਗੀ ਜਿਹੜੀ ਆ ਸ਼ੁਰੂ ਕੀਤੀ, ਤੁਸੀਂ ਫਿਜ਼ੀਕਲ ਰਿਲੇਸ਼ਨ ਬਣਾਏ ਆ ਦੋਨੋਂ ਜਾਣਿਆਂ ਨੇ, ਹਸਬੰਡ ਵਾਈਫ ਨੇ? ਨਹੀਂ ਸਰ, ਇਹ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ ਕਿ ਮੈਂ ਇਹ ਗੱਲ ਬਾਰੇ ਆ ਕੇ ਦੱਸਣਾ ਸੀ। ਹਾਂਜੀ ਸ਼ਹਿਨਾਜ਼ ਜੀ, ਮੇਰਾ ਸਵਾਲ ਇਹ ਆ ਜਿਹੜਾ ਕਿ ਤੁਸੀਂ ਅੱਜ ਕਲੀਅਰ ਨਹੀਂ ਕਰਨਾ ਚਾਹੁੰਦੇ, ਉਸ ਦਿਨ ਤੁਸੀਂ ਇਸ ਨੂੰ ਮੁੱਦੇ ਨੂੰ ਜਿਹੜਾ ਆ ਉਹ ਬਹੁਤ ਵੇਟ ਦਿੱਤਾ ਸੀ, ਜਾਨ ਕਿ ਸਰ ਐਕਚੁਅਲੀ ਮੈਨੂੰ ਥੋੜੀ ਆਵਾਜ਼ ਨਹੀਂ ਆ ਰਹੀ ਹੈ ਪ੍ਰੋਪਰਲੀ। ਹੁਣ ਤੁਹਾਨੂੰ ਆਵਾਜ਼ ਮਿਲ ਰਹੀ ਮੇਰੀ? ਤੁਸੀਂ ਸੁਣ ਰਹੇ ਹੋ ਆਪ ਜੀ ਸ਼ਹਿਨਾਜ਼ ਜੀ? ਪਤਾ ਨਹੀਂ ਸਰ, ਆਈ ਥਿੰਕ ਮੇਰੀ ਨੈਟਵਰਕ ਦੀ ਪ੍ਰੋਬਲਮ ਹੈ। ਅਜੇ ਮੇਰਾ ਸਵਾਲ ਜਿਹੜਾ ਆ ਕਲੀਅਰ ਕੱਟ ਹੈ। ਤੁਹਾਡੇ ਫਾਦਰ ਸਾਹਿਬ ਕਹਿੰਦੇ ਸੀਗੇ ਕਿ ਮੈਂ ਧੀ ਜਿੱਦਾਂ ਭੇਜੀ ਸੀ ਉਦੋਂ ਵਾਪਸ ਆਈ ਆ, ਕੁਆਰੀ ਵਿਆਹ ਕਰਕੇ ਭੇਜੀ ਸੀ, ਪਰ ਵਿਆਹ ਹੀ ਨਹੀਂ ਗਈ, ਕੁਆਰੀ ਦੀ ਕੁਆਰੀ ਰਹਿ ਕੇ ਆਈ ਆ। ਇਹ ਸੱਚੀ ਗੱਲ ਹੈ? ਹਾਂਜੀ ਸਰ, ਸੱਚੀ ਗੱਲ ਹੈ। ਮੇਰੇ ਕਹਿੰਦਾ ਭਾਵ ਹੈ ਕਿ ਤੁਹਾਡੇ ਰਿਲੇਸ਼ਨ ਬਿਲਕੁਲ ਬੜੇ ਨਹੀਂ ਆਪਸ ਵਿੱਚ? ਨਹੀਂ ਸਰ, ਬਿਲਕੁਲ ਨਹੀਂ ਤੁਹਾਨੂੰ ਟੱਚ ਕੀਤਾ ਉਹਨੇ? ਨਹੀਂ ਸਰ, ਬਣੇ ਨਹੀਂ ਸਰ। ਇਹ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ, ਮੈਂ ਇਹਨੂੰ ਇੰਨਾ ਉਹ ਕਰਕੇ ਕਹਿ ਰਹੀ ਹਾਂ, ਇਹ ਏਡੀ ਵੱਡੀ ਗੱਲ ਹੈ। ਮੈਨੂੰ ਮੇਰੇ ਨਾਲ ਮਤਲਬ ਏਦਾਂ ਸੀ ਕਿ ਮੈਨੂੰ ਪੇਰੈਂਟਸ ਨਾਲ ਗੱਲ ਨਹੀਂ ਸੀ ਕਰਨ ਦਿੰਦੇ। ਜਦੋਂ ਵੀ ਮੈਂ ਗੱਲ ਕਰਦੀ ਹੁੰਦੀ ਸੀ ਤੇ ਮਤਲਬ ਚਲੋ ਉਹ ਕਹਿ ਰਹੇ ਨੇ ਕਿ ਮੇਰਾ ਆਪਣਾ ਘਰ ਹੈ। ਠੀਕ ਹੈ, ਤੂੰ ਦੱਸ। ਨਹੀਂ ਬੇਟਾ, ਜਦੋਂ ਕਿਸੇ ਔਰਤ ਨੂੰ ਲੜਕੀ ਨੂੰ ਪਿਆਰ ਨਾ ਮਿਲੇ ਆਪਣੇ ਪਤੀ ਤੋਂ ਤਾਂ ਉਹ ਫਿਰ ਭੁੱਬਾ ਮਾਰ ਹੁੰਦੀ ਹੈ। ਤੂੰ ਆਪਣੀ ਮੰਮੀ ਨੂੰ ਦੂਜੇ ਤੀਜੇ ਨੂੰ ਦੱਸਿਆ ਕਿ ਮੇਰੇ ਨਾਲ ਤਾਂ ਆਹ ਹਾਲਾਤਾਂ ਵਿੱਚ ਮੈਂ ਰਹਿ ਰਹੀ ਹਾਂ? ਇਹ ਤੂੰ ਆਪਣੀ ਸੱਸ ਨੂੰ ਦੱਸਿਆ ਸੀਗਾ? ਸਰ ਮੈਂ ਤੁਹਾਨੂੰ ਉਹੀ ਤਾਂ ਦੱਸ। ਹਾਂਜੀ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੇਰੇ ਫੋਨ ਦੇ ਵਿੱਚ ਉਹਨਾਂ ਨੇ ਰਿਕਾਰਡਿੰਗ ਲਗਾਈ ਹੋਈ ਸੀ, ਜਿਸਦੇ ਬਾਰੇ ਮੈਨੂੰ ਨਹੀਂ ਸੀ ਪਤਾ। ਤੁਸੀਂ ਗੱਲ ਨਹੀਂ ਸੁਣਦੇ ਮੇਰੀ ਗੱਲ। ਨਹੀਂ, ਮੇਰਾ ਸਵਾਲ ਇਹ ਨਹੀਂ। ਮੇਰਾ ਸਵਾਲ ਇਹ ਆ ਕਿ ਤੂੰ ਆਪਣੀ ਸੱਸ ਨੂੰ ਦੱਸਿਆ ਸੀ ਸਵੇਰ ਨੂੰ ਉੱਠ ਕੇ ਕਿ ਜਿਹੜਾ ਤੁਹਾਡਾ ਲੜਕਾ ਆ, ਮੇਰਾ ਹਸਬੰਡ ਆ, ਇਹ ਮੇਰੇ ਨਾਲ ਰਿਲੇਸ਼ਨ ਨਹੀਂ ਬਣਾ ਰਿਹਾ ਜਾਂ ਰਿਲੇਸ਼ਨ ਬਣ ਨਹੀਂ ਰਹੇ? ਮੈਂ ਇਹ ਪੁੱਛਣਾ ਸਵਾਲ। ਤੁਸੀਂ ਆਪਣੀ ਸੱਸ ਨੂੰ ਜਾਂ ਆਪਣੀ ਮਦਰ ਨੂੰ, ਆਪਣੀ ਸੱਸ ਨੂੰ ਦੱਸਿਆ ਸੀਗਾ 2-3 ਦਿਨਾਂ ਬਾਅਦ ਕਿ ਮੇਰਾ ਘਰ ਵਾਲਾ ਮੈਨੂੰ ਖੁਸ਼ ਨਹੀਂ ਰੱਖ ਰਿਹਾ, ਮੈਨੂੰ ਮੈਂ ਹੈਪੀ ਨਹੀਂ ਘਰ ਵਿੱਚ? ਦੱਸਿਆ ਸੀਗਾ? ਸਰ ਉਹਨਾਂ ਵੱਲੋਂ ਕੋਈ ਇੰਨਾ ਕੰਨਾ ਨਹੀਂ ਦਿੱਤਾ ਗਿਆ ਮੈਨੂੰ। ਨਹੀਂ, ਮੇਰੇ ਤੋਂ ਸਵਾਲ ਦਾ ਜਵਾਬ ਨਹੀਂ ਦੇ ਰਹੇ, ਗੋਲ-ਮੋਲ ਗੱਲ ਕਰ ਰਹੇ ਹੋ। ਹਸਬੰਡ ਤੁਹਾਡਾ ਕਹਿ ਰਿਹਾ? ਸਰ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਆਪਣੀ ਸੱਸ ਨਾਲ ਗੱਲ ਕੀਤੀ ਸੀ ਕਿ ਨਹੀਂ, ਇਹ ਪੁੱਛ ਰਹੇ ਹੋ ਤੁਸੀਂ? ਹਾਂ, ਗੱਲ ਕਿਹੜੀ ਗੱਲ ਮੈਂ ਪੁੱਛ ਰਿਹਾ? ਆਈ ਵੀ ਸਾਡੇ ਸੰਬੰਧ ਨਹੀਂ ਬਣੇ ਹੋਈ ਹੈ। ਤੂੰ ਸ਼ੋਰ ਹੈ? ਬਿਲਕੁਲ ਤੁਹਾਡੇ ਸੰਬੰਧ ਬਿਲਕੁਲ ਬਣੇ ਨਹੀਂ 26 ਦਿਨ ਚ। ਸਰ ਇਹ ਗੱਲ ਕੋਈ ਛੋਟੀ ਮੋਟੀ ਗੱਲ ਥੋੜੀ, ਮੈਂ ਝੂਠ ਥੋੜੀ ਬੋਲੂੰਗੀ। ਮਤਲਬ ਨਹੀਂ ਬਣੇ ਤੁਸੀਂ ਕਹਿ ਰਹੇ ਹੋ? ਹਾਂਜੀ, ਨਹੀਂ ਬਣੇ। ਓਕੇ, ਕਰਨਜੋਤ ਤੁਸੀਂ ਗੱਲ ਕਰੋ। ਇੱਧਰ ਤੁਹਾਡੀ ਵਾਈਫ ਕਹਿੰਦੀ ਹੈ ਕਿ ਤੁਹਾਡੇ ਕੋਲ ਕੋਈ ਰਿਲੇਸ਼ਨ ਨਹੀਂ ਬਣਿਆ, ਬੋਲੋ। ਸਰ ਮੈਂ ਹੋਲਡ ਔਨ। ਹਾਂਜੀ ਕਰਨਜੋਤ, ਤੁਸੀਂ ਗੱਲ ਕਿਉਂ ਨਹੀਂ ਕਰਦਾ? ਹੁਣ ਤੂੰ ਬੋਲ, ਤੂੰ ਮਰਦ ਹੈ, ਗੱਲ ਕਰਨਾ ਮਰਦ।
ਤੁਹਾਡੀ ਵਾਈਫ ਕਹਿੰਦੀ ਹੈ ਕਿ ਮੇਰੇ ਨਾਲ ਕੋਈ ਰਿਲੇਸ਼ਨ ਬਣਿਆ ਨਹੀਂ ਹੈ, ਜਿਸ ਕਰਕੇ ਮੈਂ ਕੀ ਕਰਦੀ। ਨਹੀਂ ਜੀ, ਇਦਾਂ ਦੀ ਕੋਈ ਗੱਲ ਨਹੀਂ, ਸਭ ਕੋ ਰਿਲੇਸ਼ਨ ਹੋ ਰਹੀ। ਨਹੀਂ ਤੂੰ ਬੰਦੇ ਨੂੰ ਗੱਲ ਕਰਨਾ, ਤੂੰ ਗੱਲ ਕਰ ਪ੍ਰੋਪਰਲੀ। ਇਹਦਾ ਮਤਲਬ ਸਮਥਿੰਗ ਰੋਂਗ ਹੈ। ਇਹਦਾ ਮਤਲਬ ਲੜਕੀ ਸੱਚ ਬੋਲ ਰਹੀ ਹੈ। ਮੈਂ ਤੁਹਾਨੂੰ ਦੱਸਦਾ ਨਹੀਂ, ਰਿਲੇਸ਼ਨ ਬਣੇ ਨੇ, ਸਭ ਕੁਝ ਹੋਇਆ ਜੀ। ਉਹ ਕਹਿੰਦੀ, ਤੇਰੀ ਵਾਈਫ ਕਹਿੰਦੀ ਨਹੀਂ ਬਣੇ। ਤੂੰ ਸਾਥ ਕਰ, ਆਪਣੀ ਵਾਈਫ ਨੂੰ ਗੱਲ ਕਰ, ਗੱਲ ਕਰ, ਲਾਈਨ ਤੇ ਹੋ, ਗੱਲ ਕਰ। ਹੈਲੋ शहनाज जी एक मिनट होल्ड। आवाज नहीं आ रही। हेलो हाँ जी होल्ड और शहनाज करनजोत बोलता क्यों नहीं हुण तू? हाँ जी दस्या लगा जी, रिलेशन बने सब कुछ होया जी। नहीं तेरी वाइफ कहंदी नहीं बने, तू वाइफ ने गल कर, तू उन दस किदां रिलेशन तू गल करना, बने क्यों नहीं बने, तू दस ना बने आ। जब तू गल करूंगा तेरी वाइफ किदां मुकर जाऊगी? हाँ जी रिलेशन बने नहीं जी। तू गल करना, अपनी अपना लाइन कट के लड़की लेके आओ लाइन ते। करनजोत ਤੁਸੀਂ ਆਪਣੀ ਮੈਨੂੰ ਸਾਬਤ ਕਰਕੇ ਤੂੰ ਰਿਲੇਸ਼ਨ ਬਣਾਇਆ। ਤੁਹਾਡਾ ਰੀਜ਼ਨ ਇਹੀ ਆ ਕਿ ਲੜਕੀ ਕਹਿੰਦੀ ਜਿਸ ਤਰ੍ਹਾਂ ਮੈਂ ਕੁਵਾਰੀ ਗਈ ਆ, ਵਿਆਹੀ ਆਈ ਆ, ਕੁਵਾਰੀ ਮੁੜ ਕੇ ਆਈ ਆ। ਇਹ ਇਸ਼ੂ ਆ। ਨਹੀਂ ਸਰ ਜੀ ਇਦਾਂ ਦੀ ਕੋਈ ਗੱਲ ਨਹੀਂ ਗੀ। ਇਹ ਸਾਰੇ ਉਹ ਕਰ ਰਹੇ ਨੇ, ਆਪਣੇ ਫਰਾਡ ਕਰ ਰਹੇ ਨੇ। ਗੱਲ ਸਾਰੀ ਆ ਸੀਗੀ ਵੀ ਸਾਡੀ ਅਸੀਂ ਫੀਸ ਭਰੀ ਆ, ਇਹ ਕਹਿੰਦੇ ਅਸੀਂ ਫੀਸ ਵਾਪਸ ਨਹੀਂ ਕਰਨੀ ਹੈਗੀ। ਨੋ ਪਹਿਲੇ ਦਿਨ ਤੁਸੀਂ ਕਹਿੰਦੇ ਸੀਗੇ, ਤੁਸੀਂ ਪਹਿਲੇ ਦਿਨ ਦੇਖੋ ਗੱਲ ਸੁਣੋ, ਤੁਸੀਂ ਪਹਿਲੇ ਦਿਨ ਕਹਿਤਾ ਕਿ ਸਾਨੂੰ ਦੱਸਿਆ ਨਹੀਂ ਗਿਆ, ਕੁੜੀ ਦਾ ਪਿੱਤਾ ਹੈ ਨਹੀਂ ਸੀਗਾ, ਮੈਂ ਦੇਖਿਆ ਕਿ ਪੇਟ ਦੇ ਉੱਪਰ 2-4 ਸਟਿਚਸ ਸੀਗੇ। ਅੱਜ ਤੁਸੀਂ ਉਹ ਗੱਲ ਨਹੀਂ ਕਰਦੇ, ਅੱਜ ਤੁਸੀਂ ਹੋਰ ਗੱਲ ਕਰ ਰਹੇ ਹੋ। ਮੈਂ ਤੁਹਾਨੂੰ ਸਵਾਲ ਪੁੱਛ ਰਿਹਾ, ਤੂੰ ਆਪਣੀ ਵਾਈਫ ਨਾਲ ਗੱਲ ਕਰਦਾ ਨਹੀਂਗਾ, ਇਹਦਾ ਮਤਲਬ ਕਿ ਸਮਥਿੰਗ ਰੋਂਗ ਹੈ। ਦਾਲ ਜਿਹੜੀ ਹੈ ਉਹ ਜੀ ਗੱਲ ਕਰਤਾ ਰਿਹਾ ਮੈਂ ਸਰ ਜੀ, ਉਹਨਾਂ ਨਾਲ ਗੱਲ ਕਰਤਾ ਰਿਹਾ, ਮੈਂ ਦੱਸਦਾ ਰਿਹਾ ਕਿੱਥੇ ਗੱਲ ਕਰ ਸਭ ਕੋ ਰਿਲੇਸ਼ਨ ਬਣੇ ਨਹੀਂ। ਉਹ ਕਹਿ ਰਹੀ ਕਿ ਨਹੀਂ ਬਣੇ, ਬਿਲਕੁਲ ਨਹੀਂ ਬਣੇ। ਤੂੰ ਸਾਬਤ ਕਰ ਇਸ ਚੀਜ਼ ਤੋਂ। ਸਾਬਤ ਕਿਵੇਂ ਹੋਊਗਾ ਜੀ? ਤੂੰ ਗੱਲ ਕਰਨਾ ਆਪਣੀ ਵਾਈਫ ਨਾਲ ਕਿ ਮੇਰੇ ਬਣੇ ਰਿਲੇਸ਼ਨ ਤੇਰੇ ਨਾਲ। ਉਹ ਕਹਿੰਦੇ ਨਹੀਂ ਬਣੇ, ਤੇਰੇ ਸਹੁਰਾ ਸਾਹਿਬ ਕਹਿ ਰਹੇ ਨਹੀਂ ਬਣੇ। ਮੈਂ ਕਹਿਤਾ ਰਿਹਾ ਵੀ ਰਿਲੇਸ਼ਨ ਬਣੇ ਨੇ, ਸਭ ਕੁਝ ਹੋਇਆ ਜੀ। ਕਿੰਨਾ ਸਮਾਂ ਤੁਸੀਂ ਰਿਲੇਸ਼ਨ ਚ ਰਹੇ ਹੋ 26 ਦਿਨਾਂ ਚ? 15 ਦਿਨ ਰਹੇ ਆ ਜੀ। ਆਪਣੇ ਵਿੱਚ ਉਹਨੂੰ ਡੇਟ ਵੀ ਆਈ ਆ। ਸੋ ਇਹ ਤੁਸੀਂ ਪਿੱਤੇ ਦਾ ਇੱਕ ਬਹਾਨਾ ਆ ਲੜਕੀ ਨੂੰ ਘਰੋਂ ਕੱਢਣ ਦਾ ਔਰ ਉਹਨੂੰ ਪਰੇਸ਼ਾਨ ਕਰਨ ਦਾ, ਜਾਂ ਫਿਰ ਤੁਸੀਂ ਕੰਪਲੇਂਟ ਕੀਤੀ ਹੈ ਇਮੀਗ੍ਰੇਸ਼ਨ ਨੂੰ? ਕਾਰਨ ਕੀ ਹੋਇਆ ਇਹ? ਕਿਉਂਕਿ ਅਸੀਂ ਇਹ ਅੱਜ ਸਾਬਤ ਕਰਨਾ ਕਮਿਊਨਿਟੀ ਨੂੰ ਕਿ ਸਾਡੇ ਲੋਕ ਇਮੀਗ੍ਰੇਸ਼ਨ ਜਿਹੜੀ ਆ ਉਸ ਨੂੰ ਮਿਸਯੂਜ਼ ਕਰ ਰਹੇ ਨੇ, ਸਿਸਟਮ ਨੂੰ, ਤਾਂ ਕਿ ਫਿਰ ਗਵਰਨਮੈਂਟ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਕਿੰਨੇ ਕੇਸ ਸਾਡੇ ਕੋਲ ਰੋਜ਼ਾਨਾ ਆ ਰਹੇ ਨੇ ਜਿਹੜੇ ਕਿ ਕੁੜੀ ਵਾਲੇ ਜਦੋਂ ਪੈਸਾ ਨਹੀਂ ਹੁੰਦਾ ਤੇ ਮੁੰਡੇ ਵਾਲੇ ਲੱਭਦੇ ਨੇ ਜਿਹਨਾਂ ਕੋਲ ਪੈਸਾ ਹੁੰਦਾ ਹੈ। ਮੁੰਡੇ ਵਾਲੇ ਪੈਸਾ ਲਾਉਂਦੇ ਨੇ ਤੇ ਕੁੜੀਆਂ ਆ ਕੇ ਮੁੱਕਰ ਜਾਂਦੀਆਂ। ਤੇ ਤੁਹਾਡਾ ਇਹ ਡਿਸਪਿਊਟ ਪੈਦਾ ਹੋਣ ਦਾ ਕਾਰਨ ਕੀ ਆ? ਸਿਰਫ ਇੱਕੋ ਇੱਕ ਹੈ ਕਿ ਤੁਸੀਂ ਐਗਰੀਮੈਂਟ ਚਾਹੁੰਦੇ ਸੀ ਕਿ ਐਗਰੀਮੈਂਟ ਤੁਹਾਨੂੰ ਜੇ ਚਾਹੀਦਾ ਸੀਗਾ ਤਾਂ ਵਿਆਹ ਤੋਂ ਪਹਿਲਾਂ ਲੈਣਾ ਚਾਹੀਦਾ ਸੀਗਾ। ਕਰਨਜੋਤ ਤੁਸੀਂ ਪਹਿਲਾਂ ਐਗਰੀਮੈਂਟ ਕਿਉਂ ਨਹੀਂ ਕੀਤਾ? ਵਿਆਹ ਤੋਂ ਪਹਿਲਾਂ, ਫੀਸ ਭਰਨ ਤੋਂ ਪਹਿਲਾਂ ਆਪਣੀ ਵਾਈਫ ਦੀ ਨੇ ਕਿਹਾ ਵੀ ਤੁਸੀਂ ਖਰਚਾ ਕਰ ਲਓ, ਵੀ ਪਰ ਬਾਅਦ ਚੋਂ ਐਗਰੀਮੈਂਟ ਕਰ ਲਾਂਗੇ। ਫਿਰ ਜਦ ਇਹਨਾਂ ਨੂੰ ਭੇਜਿਆ ਨਾ WhatsApp ਤੇ ਵੀ ਆਹ ਪੜ੍ਹ ਲਓ, ਵੀ ਆਹ ਐਗਰੀਮੈਂਟ, ਜੇ ਕੋਈ ਲੈਣ ਕਟਾਉਣੀ ਹੈ ਕਟਾ ਲਓ, ਜਿਹੜੀ ਲੈਣ ਤੁਸੀਂ ਲਿਖਾਉਣੀ ਹੈ ਲਿਖਾ ਲਓ। ਵੀ ਉਹਨਾਂ ਨੇ ਫਿਰ ਹਫ਼ਤੇ ਬਾਅਦ ਇੱਕ ਉਹ ਕਹਿੰਦੇ ਵੀ ਕੋਈ ਨਹੀਂ, ਵੀ ਸਲਾਹ ਕਰਦੇ ਆ ਘਰ ਦੇ ਨਾਲ। ਤੇ ਇੱਕ ਦਿਨ ਡੈਡੀ ਇੱਥੇ ਰੂਮ 'ਚ ਬੈਠੇ ਸੀ, ਡੈਡੀ ਬੇਹੋਸ਼ ਹੋ ਗਏ। ਜਦ ਲੜਕੀ ਉਰੀ ਸੀਗੀ ਆਪਣੇ ਪਿੰਡ, ਸਾਡੇ ਪਿੰਡ ਲੜਕੀ ਉਰੀ ਸੀ ਪਿੰਡ, ਡੈਡੀ ਬੇਹੋਸ਼ ਹੋ ਗਏ। ਟੈਨਸ਼ਨ ਲੈ ਗਏ ਵੀ ਇਹ ਸਾਈਨ ਨਹੀਂ ਕਰਦਾ ਕਿ ਸਾਡੇ ਨਾਲ ਧੋਖਾ ਕਰਨਗੇ। ਫਿਰ ਮੈਂ ਡੈਡੀ ਨੂੰ ਜਦ ਹਸਪੀਟਲ ਲੈ ਕੇ, ਉਹ ਤੋਂ ਬਾਅਦ ਫਿਰ ਉਸੇ ਦਿਨ ਇਹ ਡੈਡੀ ਦੀ ਖਬਰ ਨੂੰ ਆਏ ਨੇ। ਫਿਰ ਉਹ ਜਿਹੜੇ ਦਿਨ ਖਬਰ ਨੂੰ ਆਏ ਨੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਐਗਰੀਮੈਂਟ ਵੀ ਆਪਾਂ ਵੀ ਕੋਈ ਨਹੀਂ, ਤੁਸੀਂ ਐਗਰੀਮੈਂਟ ਨੂੰ ਕਹਿੰਦੇ ਵੀ ਕੋਈ ਨਹੀਂ ਆਪਾਂ ਐਗਰੀਮੈਂਟ ਕਰ ਲਾਂਗੇ। ਉਦਣ ਜਿੱਦਾਂ ਡੈਡੀ ਮੇਰਾ ਬਿਮਾਰ ਹੋਇਆ ਸੀ ਉਦਣ ਇਹਨੇ ਕੋਈ ਗੱਲ ਨਹੀਂ ਕੀਤੀ ਕਿ ਵੀ ਐਗਰੀਮੈਂਟ ਕਰਾਂਗੇ। ਉਹੀ ਟੈਨਸ਼ਨ ਕਰਕੇ ਡੈਡੀ ਬਿਮਾਰ ਹੋਇਆ। ਪੁਲਿਸ ਵੀ ਲੈ ਕੇ ਆਏ ਨੇ? ਤੁਹਾਡੇ ਘਰ ਪੁਲਿਸ ਵੀ ਲੈ ਕੇ ਆਏ ਤੁਹਾਡੇ ਸਹੁਰਾ ਸਾਹਿਬ? ਹਾਂਜੀ ਪੁਲਿਸ ਲੈ ਕੇ ਆਏ ਨੇ ਜੀ। ਆਪਣੇ 28 ਤਰੀਕ ਨੂੰ ਇਹ ਜਾ ਕੇ ਆਏ ਨੇ ਮੋਹਾਲੀ ਜੰਟ ਕੋਲ। 29 ਤਰੀਕ ਨੂੰ ਆਪਣੇ ਉਹਦੇ ਘਰੇ ਪੁਲਿਸ ਲੈ ਕੇ ਆਏ ਨੇ ਐਤਵਾਰ ਨੂੰ। ਕਹਿੰਦੇ ਕੁੜੀ ਨੂੰ ਕੁੱਟਦੇ ਮਾਰਦੇ ਨੇ। ਕੁੜੀ ਨੂੰ ਕੁਛ ਨਹੀਂ ਕੀਤਾ ਜੀ, ਕੁੜੀ ਅੰਦਰ ਰੂਮ 'ਚ ਬੈਠੀ ਸੀਗੀ। ਪੁਲਿਸ ਨੇ ਬਿਆਨ ਦਿੱਤੇ ਨੇ, ਉਹਨੂੰ ਪੁੱਛਿਆ ਵੀ ਤੈਨੂੰ ਕੁੱਟਿਆ ਮਾਰਿਆ, ਤੈਨੂੰ ਅੰਦਰ ਬੰਨਿਆ ਹੋਇਆ? ਕਹਿੰਦੀ ਨਹੀਂ ਕੁਛ ਨਹੀਂ ਕੀਤਾ ਹੋਇਆ। ਜਦ ਇਹ ਨਾ ਉੱਥੇ ਲੌਬੀ 'ਚ ਬੈਠੀ ਰਿਕਾਰਡਿੰਗ ਡਿਲੀਟ ਕਰਦੀ ਸੀਗੀ, ਮੈਂ ਦੇਖ ਲਈ ਸੀਗੀ। ਇਹ ਫਿਰ ਅੰਦਰ ਰੂਮ 'ਚ ਗਈ। ਚਲ ਇਹਨੇ ਫੋਨ ਸਾਈਡ ਤੇ ਰੱਖਦਾ। ਮੇਰਾ ਹਸਬੈਂਡ ਆ, ਇਹਨੂੰ ਫੋਨ ਮੈਂ ਦਿੱਤਾ ਸੀਗਾ, ਗਿਫਟ ਕੀਤਾ ਸੀਗਾ, ਕਹਿਣ ਦਾ ਭਾਵ ਆ ਮੈਨੂੰ ਫੋਨ ਗਿਫਟ ਦਿੱਤਾ ਸੀਗਾ। ਮੈਂ ਇਹਦਾ ਫੋਨ ਚੱਕ ਲਿਆ, ਮੈਂ ਉੱਤੇ ਗਿਆ, ਰੂਮ 'ਚ ਗਿਆ, ਚਲਾ ਮੈਂ ਉੱਤੇ ਸੁਣੀਆਂ ਰਿਕਾਰਡਿੰਗਾਂ ਵੀ ਰਿਕਾਰਡਿੰਗਾਂ ਕਾਹਦੀ ਡਿਲੀਟ ਕਰਦੀ ਆ ਵੀ ਇਹ ਬੈਠੀ। ਜਦ ਮੈਂ ਰਿਕਾਰਡਿੰਗਾਂ ਸੁਣੀਆਂ ਉੱਤੇ ਰੂਮ 'ਚ ਬੈਠੇ ਨੇ। ਫਿਰ ਮੈਂ ਡੈਡੀ ਨੂੰ ਭੇਜੀਆਂ ਰਿਕਾਰਡਿੰਗਾਂ। ਡੈਡੀ ਗਏ ਸੀਗੇ ਬਾਹਰ। ਫਿਰ ਡੈਡੀ ਕਹਿੰਦੇ ਚਲੋ ਮੈਂ ਆਉਣਾ, ਕੋਈ ਨਹੀਂ।
ਰਿਕਾਰਡਿੰਗਾਂ ਕਿਹਦੇ ਹੋ ਰਹੀਆਂ ਸੀ? ਰਿਕਾਰਡਿੰਗਾਂ ਕਿਹਦੇ ਨਾਲ ਸੀ? ਕਿਸੇ ਮੁੰਡੇ ਨਾਲ ਸੀ? ਸਨਾਜ ਨੇ, ਸਨਾਜ ਆਪਣੇ ਡੈਡੀ ਨਾਲ। ਇਹਦੇ ਫੋਨ ਤੇ ਨਾ, ਜਿਹੜਾ ਇਹਦੇ ਕੋਲ ਪਹਿਲਾਂ ਫੋਨ ਸੀਗਾ ਉਤਲੀ ਸਾਈਡ ਵਾਲਾ, ਇਹਦੇ ਫੋਨ ਤੇ ਪਹਿਲਾਂ ਵੀ ਰਿਕਾਰਡਿੰਗਾਂ ਸੀਗੀਆਂ। ਫੋਨ ਇੱਥੇ ਫੋਨ ਦਿੱਤਾ ਸੀਗਾ, ਗਿਫਟ ਕੀਤਾ ਸੀਗਾ, ਉਹ ਤੇ ਵੀ ਪਹਿਲਾਂ ਹੀ ਰਿਕਾਰਡਿੰਗਾਂ ਸੀਗੀਆਂ ਜੀ। ਨਹੀਂ, ਰਿਕਾਰਡਿੰਗਾਂ ਕੀ ਸੀਗੀਆਂ? ਗੁੱਡੀ ਬਸ ਫੋਨ ਆਪਣਾ ਮੈਨੂੰ ਲੱਗਦਾ ਬੰਦ ਕਰ ਗਈ ਹੈ ਜੀ, ਲੱਗ ਨਹੀਂ ਰਿਹਾ ਉਹਨਾਂ ਦਾ ਫੋਨ। ਕੁਝ ਰਿਕਾਰਡਿੰਗਸ ਇਹਨਾਂ ਨੇ ਆਫਿਸ ਦੇ ਵਿੱਚ ਵੀ ਭੇਜੀਆਂ, ਮੈਨੂੰ ਨਿਕਤਾ ਨੇ ਹੁਣੇ ਅਪਡੇਟ ਕੀਤਾਗਾ। ਸੋ ਉਹਦੇ ਵਿੱਚ ਗੁੱਡੀ ਇਹਨਾਂ ਨੂੰ ਇਹੀ ਕਹਿ ਰਹੀ ਆਪਣੇ ਫਾਦਰ ਸਾਹਿਬ ਨੂੰ ਕਿ ਤੁਸੀਂ ਮੈਨੂੰ ਲੈ ਜਾਓ, ਭਾਵੇਂ ਪੁਲਿਸ ਨਾਲ ਲੈ ਜਾਓ, ਭਾਵੇਂ ਇਕੱਲੇ ਲੈ ਜਾਓ। ਐਸੀ ਲੜਕੀ ਨੇ ਕਿਹਾ ਹੋਇਆ, ਇਹਦਾ ਮਤਲਬ ਕਿ ਸਮਥਿੰਗ ਘਰ ਦੇ ਵਿੱਚ ਰੋਂਗ ਸੀਗਾ ਜੀ। ਮੁੰਡੇ ਤੇ ਵੀ ਮੈਨੂੰ ਲੱਗਦਾ ਬੇਬੁਨਿਆਦ ਦੋਸ਼ ਲਾਏ ਜਾ ਰਹੇ ਆ। ਪਹਿਲੀ ਗੱਲ ਤਾਂ ਮੁੰਡਾ ਹੀ ਬਹੁਤ ਵੱਡੀ ਗੱਲ ਕਹਿ ਰਿਹਾ, ਕਿਉਂਕਿ ਹੁਣ ਗੁੱਡੀ ਗੱਲ ਨਹੀਂ ਕਰਦੀ, ਜਦੋਂ ਫੇਸ ਟੂ ਫੇਸ ਉਹ ਗੱਲ ਕਰਨ ਲੱਗੇ ਆ। ਐਸੀ ਅਸੀਂ ਹੁਣ ਪਬਲਿਕ ਓਪੀਨੀਅਨ ਚਾਹਾਂਗੇ। ਔਰ ਲਾਈਨ ਤੇ ਬਿੰਦੂ ਜੀ, ਤੁਸੀਂ ਲਾਈਨ ਤੇ ਹੋ? ਸਰ ਜੀ, ਬਿੰਦੂ ਬਾਲੀ ਜੀ ਲਾਈਨ ਤੇ ਹੋ ਆਪ ਜੀ? ਹਾਂਜੀ ਹਾਂਜੀ। ਹੈਲੋ ਸਰ ਜੀ। ਹਾਂਜੀ, ਬੋਲੋ। ਹਾਂਜੀ ਸਰ, ਲਾਈਨ ਤੇ ਸਰ ਜੀ। ਆਪਣੇ ਇਹਨੂੰ ਜਦ ਇਹਨੇ ਲੜਕੀ ਨੇ ਡੈਡੀ ਨੂੰ ਫੋਨ ਕੀਤਾ ਵਾ, ਇਹਦਾ ਡੈਡੀ ਇੱਧਰ ਮੇਰੇ ਸਹੁਰਾ ਸਾਹਿਬ ਪੁੱਛਦੇ ਨੇ ਵੀ ਤੁਸੀਂ ਕਿੱਥੇ ਹੋ? ਇਹ ਕਹਿੰਦੀ ਮੈਂ ਰਸੋਈ ਚ ਆ, ਵਿਦ ਰਿਕਾਰਡਿੰਗ ਤੁਹਾਨੂੰ ਭੇਜੀ ਹੋਈ ਹੈ। ਨਹੀਂ, ਮੈਨੂੰ ਦੱਸੋ ਕਿ ਜਦੋਂ ਪੁਲਿਸ ਆਈ ਹੈ, ਤੁਸੀਂ ਆਪਣੇ ਸਹੁਰੇ ਤੇ ਧਾਵਾ ਬੋਲਿਆ? ਤੁਸੀਂ ਆਪਣੇ ਸਹੁਰੇ ਨੂੰ ਕੁੱਟਣ ਮਾਰਨ ਪਏ ਸੀਗੇ? ਏਦਾਂ ਦੀ ਕੋਈ ਗੱਲ ਨਹੀਂ ਗੀ। ਇਹ ਨਾ ਸੋਫੇ ਤੇ ਬੈਠੇ ਸੀਗੇ ਗੈਸਟ ਰੂਮ ਦੇ ਵਿੱਚ, ਸਾਰੇ ਪੁਲਿਸ ਸਟਾਫ ਬੈਠਾ ਸੀਗਾ, ਸਰਪੰਚ, ਪੰਚ, ਸਾਰੇ ਮੇਰੇ ਡੈਡੀ ਮੰਮੀ ਸਾਰੇ ਬੈਠੇ ਸੀਗੇ। ਇਹਨਾਂ ਨੂੰ ਚਾਹ ਪਾਣੀ ਪਿਲਾਇਆ, ਮੈਂ ਇੱਕ ਸਾਹਮਣੇ ਇਹਨਾਂ ਦੇ ਖੜੇ ਸੀ ਬਿਲਕੁਲ। ਤੇ ਤੁਸੀਂ ਇਹਨਾਂ ਨੂੰ ਟੱਚ ਕੀਤਾ, ਕੋਈ ਗਾਲੀ ਗਲੋਚ ਕੀਤਾ? ਇਹ ਕਹਿੰਦੇ ਕੁੜੀ ਨੂੰ ਕੁੱਟਦੇ ਮਾਰਦੇ ਨੇ, ਵੀ ਕੁੜੀ ਅੰਦਰ ਬੰਨੀ ਹੋਈ ਆ। ਉਹ ਪੁਲਿਸ ਸਟਾਫ ਕਹਿੰਦੇ ਵੀ ਸਨਾਜ ਬਾਲੀ ਕੌਣ ਸੀਗਾ ਜੀ? ਆਹ ਵਾ। ਮੈਂ ਗੈਸਟ ਰੂਮ ਚ ਬੈਠੇ ਸੀਗੇ, ਮੈਂ ਤੇ ਸਾਡਾ ਜਮਾਈ, ਸਾਡਾ ਪਰਾਉਣਾ, ਠੀਕ ਆ ਜੀ, ਭਾਜੀ ਮੇਰਾ। ਅਸੀਂ ਗੈਸਟ ਰੂਮ ਚ ਬੈਠੇ ਸੀ, ਪੁਲਿਸ ਸਟਾਫ ਆਇਆ, ਕਹਿੰਦੇ ਸਨਾਜ ਬਾਲੀ ਕੌਣ ਆ? ਉਹ ਰੂਮ ਚੋਂ ਨਿਕਲ ਕੇ ਜਦੇ ਇੱਧਰ ਆ ਗਈ ਲੌਬੀ ਚ। ਹਾਂਜੀ, ਡੈਡੀ ਨੇ ਬਿਠਾਇਆ ਸੋਫੇ ਤੇ ਬੈਠੀ ਸੀ, ਮੈਂ ਬਿਲਕੁਲ ਸਾਹਮਣੇ ਨਾਲ ਖੜਾ ਸੀਗਾ ਜੀ। ਇਹਨੇ ਪੁਲਿਸ ਵਾਲਿਆਂ ਨੇ ਬਿਆਨ ਲਿੱਤੇ, ਕੁੜੀ ਨੂੰ ਪੁੱਛਿਆ ਵੀ ਤੈਨੂੰ ਕੁੱਟਿਆ ਮਾਰਿਆ? ਕੁੜੀ ਨੇ ਕਿਹਾ ਨਹੀਂ। ਵੀ ਉਹਨੂੰ ਪੁੱਛਿਆ ਵੀ ਤੈਨੂੰ ਅੰਦਰ ਬੰਨਿਆ ਹੋਇਆ? ਕੁੜੀ ਨੇ ਕਿਹਾ ਨਹੀਂ। ਬਸ ਅੰਦੀ ਗੱਲ ਹੋਈ। ਅਸੀਂ ਇਹਨੂੰ ਆਹ ਵੀ ਗੱਲ ਕਹੀ ਆ ਵੀ ਰਹਿਣ ਦੋ, ਵੀ ਅਸੀਂ ਕੁੜੀ ਨੂੰ ਕੱਲ ਨੂੰ ਦੂਏ ਦਿਨ ਛੱਡ ਆਵਾਂਗੇ, ਵੀ ਸਾਡੀ ਪਿੰਡ 'ਚ ਇੱਜ਼ਤ ਰਹਿ ਜਾਊਗੀ। ਬਸ ਅਸੀਂ ਇਹਨੂੰ ਆਹ ਗੱਲ ਕਹੀ ਆ। ਜਿਹੜਾ ਸਰਪੰਚ ਸੀਗਾ, ਪੰਚ, ਉਹ ਕਹਿੰਦੇ ਵੀ ਸਾਈਨ ਕਰ ਦੇਣੇ ਜੇ ਕੋਈ ਕੁੜੀ ਨੂੰ ਕੱਲ ਨੂੰ ਕੁਛ ਹੁੰਦਾ ਵਾ, ਵੀ ਅਸੀਂ ਜ਼ਿੰਮੇਵਾਰ ਆ। ਅਸੀਂ ਇਹਨੂੰ ਕਿਹਾ ਜਿੱਦਾਂ ਪੁਲਿਸ ਪ੍ਰਸ਼ਾਸਨ ਲੈ ਕੇ ਆਏ ਨੇ ਪਿੰਡ, ਅਸੀਂ ਇਹਨੂੰ ਕਿਹਾ ਸੀਗਾ ਵੀ ਕੁੜੀ ਨੂੰ ਛੱਡ ਦਿਓ, ਅਸੀਂ ਵੀ ਦੂਏ ਦਿਨ ਕੁੜੀ ਨੂੰ ਛੱਡ ਆਵਾਂਗੇ ਆਪੇ, ਸਾਡੀ ਇੱਜ਼ਤ ਰਹਿ ਪਊਗੀ। ਇਹ ਕਹਿੰਦੇ ਨਹੀਂ, ਅਸੀਂ ਕੁੜੀ ਲੈ। ਹੈਲੋ, ਹਾਂਜੀ ਪਾਪਾ, ਠੀਕ ਹੈ ਪੁੱਤ? ਆਈਸੀ ਜਿਹੜੀ ਇਹ ਰਿਕਾਰਡਿੰਗ ਦੀ ਗੱਲ ਕਰ ਰਹੇ ਉਹ ਆ ਜੀ, ਸੁਣਾਓ ਜਰਾ। ਅੱਛਾ ਫਿਰ ਆਇਆ ਤਾਂ ਪਾਪਾ ਦਾ ਫੋਨ ਤਾਂ ਨਾ ਮੇਰੇ ਕੋਲ ਤਾਂ ਨਹੀਂ। ਅੱਛਾ करते नहीं, मैं किचन चा। अच्छा, बाकी सारे गैस रूम। अच्छा, जिवें भी मर्जी ले जाना चाहता आ जाऊं, तुर आऊंगी मेरे नाल? हुण नहीं, ये तो खासी गल बधाई सकदी। हाँ, मैं चलूं जिद्दां भी मैं कहूंगा, जेड़ी हालत च। क्योंकि मैनू तेरी सलामती चाहिए है। मैं चलूं चाहे थ्रू पुलिस ले आवां, है ना? नो, मैं चलूं, मैनू कोई चक्कर नहीं। ठीक, मैं तो खुद मैनू परसों दे करन नहीं के ये गल कही जा रहे हैं। चलो मैं ठीक सवाह होना जब मैनू दिमाग च नहीं तो टेंशन। कोई ना, तू बस तैयारी रख, तो अपनी तैयारी मैं आऊंगा किसी तरीके नाल, ठीक है? ठीक है। ਤੁਸੀਂ ਕੱਲੇ ਆਉਂਗੇ? ਨਾ, ਮੈਂ ਫਿਰ ਇਕੱਲੇ ਤਾਂ ਬਹੁਤ ਗੱਲ ਵਧੀ ਹੋਈ ਆ, ਇਕੱਲੇ ਦੀ ਨਹੀਂ ਗੱਲ ਬਣਨੀ। ਠੀਕ, ਖਬਰੇ ਬੰਦੇ ਪੰਚਾਇਤ ਜਾਂ ਥਾਣੇ ਦੇ ਥਰੂ ਕਿੱਦਾਂ ਵੀ ਹੋਣੀ ਗੱਲ। ਰਿਕਾਰਡਿੰਗ ਕੱਟ ਦੀਆਂ, ਠੀਕ ਹੈ? ਬਸ ਇਹ ਸਾਰੀਆਂ ਰਿਕਾਰਡਿੰਗਾਂ ਸੁਣ ਕੇ ਇਹ ਐਂ ਲੱਗਦਾ ਗੁੱਡੀ ਨੂੰ ਨਾ ਜਿਵੇਂ ਉਕਸਾਇਆ ਗਿਆ ਸੀ, ਤੇ ਮੁੰਡੇ ਤੇ ਬਾਅਦ ਚੋਂ ਇਹ ਯੂਨੀਵਰਸਲ ਜੇ ਦੋਸ਼ ਲਾਦੇ ਇਹਨੇ ਕੀਤਾ ਹੀ ਕੁਛ ਨਹੀਂ, ਤੇ ਗੁੱਡੀ ਜਿਹੜੇ ਹਿਸਾਬ ਨਾਲ ਰਿਕਾਰਡਿੰਗ ਦੇ ਵਿੱਚ ਗੱਲ ਵੀ ਕਰਦੀ ਪਈ ਹੈ, ਤੇ ਉਹਨੂੰ ਐਂਡ ਤੇ ਕਿਹਾ ਗਿਆ ਰਿਕਾਰਡਿੰਗ ਕੱਟ ਦੀ, ਹਨਾ? ਸੋ ਕੋਈ ਸ਼ਹਿ ਜੀ ਲੱਗਦੀ ਕਿ ਕੈਨੇਡਾ ਵਾਲਾ ਰਾਹਦਾਰੀ ਬਣਾਉਣ ਵਾਸਤੇ ਉਹਨੂੰ ਪੈਸੇ ਦੱਬਣ ਦੀ ਕੋਸ਼ਿਸ਼, ਕਿਉਂਕਿ ਉਹ ਪਹਿਲਾਂ ਵੀ ਕਜਨ ਦੇ ਪਵਾਏ ਗਏ। ਸੋ ਮੁੰਡਾ ਹੁਣ ਪ੍ਰੂਫ ਵੀ ਕੀ ਕਰੇ, ਇਹਨੇ ਕਿਹੜਾ ਵਿਆਹ ਵਾਲੇ ਦਿਨ ਦੀਆਂ ਚਾਦਰਾਂ ਸਾਂਭ ਕੇ ਰੱਖੀਆਂ, ਸੌਰੀ ਟੂ ਸੇ। ਸੋ ਬੁਰਾ ਲੱਗਦਾ ਜੀ ਇਹੋ ਜਿਹਾ ਕੁਝ ਇਦਾਂ ਦੇ ਦੋਸ਼ ਲਾਉਂਦੇ ਨੇ। ਓਕੇ, ਆਈ ਵਿਲ ਬੀ ਹੈਂਡਲ ਦਿਸ ਸਿਚੁਏਸ਼ਨ। ਮਿਸਟਰ ਬਾਲੀਆ, ਤੁਸੀਂ ਲਾਈਨ ਤੇ ਹੋ?
ਹੈਲੋ ਬਿੰਦੂ ਵਾਲੀਆ ਜੀ, ਤੁਹਾਡੀ ਰਿਕਾਰਡਿੰਗ ਤੋਂ ਸਾਬਤ ਹੁੰਦਾ ਹੈ ਕਿ ਤੁਸੀਂ ਸਮਥਿੰਗ ਫਿਸ਼ੀ ਗੇਮ ਪਲੇ ਕਰ ਰਹੇ ਹੋ, ਤੁਸੀਂ ਡਰਟੀ ਗੇਮ ਪਲੇ ਕਰ ਰਹੇ ਹੋ। ਇਸ ਆਪਣੇ ਪਵਿੱਤਰ ਰਿਸ਼ਤੇ ਦੇ ਵਿੱਚ ਤੁਸੀਂ ਆਪਣੀ ਲੜਕੀ ਦੀ ਜ਼ਿੰਦਗੀ ਬਰਬਾਦ ਕਰਨ ਵਿੱਚ ਤੁਹਾਡਾ ਹੱਥ ਹੈ, ਔਰ ਇਸ ਰਿਕਾਰਡਿੰਗ ਜਿਹੜੀ ਆ ਅਦਾਲਤ ਨੂੰ ਭੇਜ ਰਹੇ ਆ। ਨਹੀਂ ਕਰਕੇ ਨਾ ਵੀ No, don't tell me that. ਤੁਹਾਡੀ ਰਿਕਾਰਡਿੰਗ ਸਾਫ਼ ਸਪਸ਼ਟ ਹੈ ਕਿ ਆਪਣੀ ਰਿਕਾਰਡਿੰਗ ਨੇ ਡਿਲੀਟ ਕਰ ਦੇਣੀ। ਮੈਂ ਕਿਵੇਂ ਕਿਸੇ ਤੋਂ ਲੈ ਕੇ ਜਾਂਦਾ, ਇਹਦਾ ਮਤਲਬ ਕਿ ਤੁਹਾਡੇ ਮਨ ਦੇ ਵਿੱਚ ਬੇਈਮਾਨੀ ਆ, ਤੁਸੀਂ ਪੈਸਾ ਜਿਹੜਾ ਹੜਪਣਾ ਚਾਹੁੰਦੇ ਸੀਗੇ। ਦਿਸ ਟਰੂ ਐਂਡ ਫੈਕਟ ਹੈ। ਪਬਲਿਕ ਜਿਹੜੀ ਹੈ ਸਾਡੀ ਕੈਨੇਡਾ ਦੀ, ਉਹ ਇਸ ਵਿੱਚ ਆਓ ਕੀ ਕਹਿੰਦੀ ਆ। ਪਲੀਜ਼ ਗਿਵ ਮੀ ਪਬਲਿਕ ਓਪੀਨੀਅਨ ਪਲੀਜ਼।